योगी साहब ने इत्थे बाजी मार ਲਈ ਸੀ ਤੇ ਉਹਨਾਂ ਨੂੰ ਇਸ ਗੱਲ ਦਾ ਇਲਮ ਹੋਇਆ ਕਿ ਉਹਨਾਂ ਨੇ ਜਿਹੜਾ ਗੱਠਜੋੜ ਕੀਤਾ ਸੀ ਉਹਦਾ ਉਹਨਾਂ ਨੂੰ ਨੁਕਸਾਨ ਹੋਇਆ। ਚੇਨ ਨੂੰ ਤੋੜਨ ਲਈ ਪ੍ਰੋਪਰ ਲਾਕਡਾਊਨ ਲਾਉਣਾ ਪੈਣਾ, ਮੁਕੰਮਲ ਤਾਲਾਬੰਦੀ ਕਰਨੀ ਪੈਣੀ। ਦੇਸ਼ ਫਿਰ ਉਸੇ ਰਾਹ ਤੇ ਜਾ ਰਿਹਾ। ਵਾਇਰਸ ਜਿਹੜਾ ਹਵਾ ਨਾਲ ਫੈਲਦਾ ਪਿਆ ਤੇ ਜੇ ਹਵਾ ਨਾਲ ਸਵਲੀਨ ਜੀ ਫੈਲਦਾ ਪਿਆ ਹੁਣ ਤੇ ਫਿਰ ਤੇ ਉਹਨੂੰ ਤੁਸੀਂ ਇਦਾਂ ਸਮਝ ਸਕਦੇ ਆ ਨਾ ਕਿ ਫਿਰ ਉਹਨੂੰ ਲਾਕਡਾਊਨ ਨਾਲ ਵੀ ਨਹੀਂ ਚੁੱਕਿਆ ਜਾ ਸਕਦਾ। ਛੋਟੀਆਂ ਰੁਕਾਵਟਾਂ ਲਾ ਰਹੇ ਨੇ ਜਿੱਥੇ ਸਖਤੀ ਕਰ ਰਹੇ ਨੇ ਕਿ ਇਦਾਂ ਹੀ ਗੱਲ ਬਣ ਜਾਏ ਤੇ ਬਚਾਅ ਹੋ ਜਾਏ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਕਰੋਨਾ ਨੇ ਪੂਰੇ ਵਿਸ਼ਵ 'ਚ ਹਾਹਾਕਾਰ ਮਚਾਈ ਹੋਈ ਹੈ। ਭਾਰਤ ਦਾ ਇਸ ਵੇਲੇ ਕਰੋਨਾ ਨੇ ਲੱਕ ਤੋੜ ਕੇ ਰੱਖ ਦਿੱਤਾ ਹੈ। ਆਕਸੀਜਨ ਦੀ ਕਿੱਲਤ ਕਰਕੇ ਲੋਕ ਮਰ ਰਹੇ ਨੇ, ਇਲਾਜ ਹੱਥੋਂ ਲੋਕ ਮਰ ਰਹੇ ਨੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰੋਨਾ ਸੰਬੰਧੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸ ਤੋਂ ਇਲਾਵਾ ਭਾਰਤ ਦੀ ਰਾਜਨੀਤੀ ਅਤੇ ਪੰਜਾਬ ਦੀ ਰਾਜਨੀਤੀ ਦੀਆਂ ਹਲਕੀਆਂ ਫੁਲਕੀਆਂ ਗੱਲਾਂ ਵੀ ਕਰਾਂਗੇ। ਇਸ ਵੇਲੇ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਸਵਲੀਨ ਜੀ, ਸ਼ੁਕਰੀਆ। ਕੀ ਹਾਲ ਚਾਲ ਜੀ? ਬਹੁਤ ਵਧੀਆ ਹਾਲ ਨੇ ਸ਼ਰਮਾ ਜੀ। ਤੁਸੀਂ ਮੌਸਮ ਨੂੰ ਇਸ ਵਾਰ ਗਰਮ ਨਹੀਂ ਹੋਣ ਦੇ ਰਹੇ, ਕੀ ਗੱਲ ਆ? ਮਈ ਦਾ ਵੀ ਦੂਸਰਾ ਹਫਤਾ ਸ਼ੁਰੂ ਹੋ ਗਿਆ ਪਰ ਮੌਸਮ 'ਚ ਗਰਮੀ ਕੋਈ ਹਾਲ ਤੱਕ ਨਜ਼ਰ ਨਹੀਂ ਆ ਰਹੀ। ਮੇਰਾ ਦਿਲ ਨਹੀਂ ਕਰ ਰਿਹਾ ਵੀ ਇਸ ਵੇਲੇ ਗਰਮੀ ਜਲਦੀ ਆਵੇ, ਕਿਉਂਕਿ ਕਰੋਨਾ ਨੇ ਪਹਿਲਾਂ ਹੀ ਪਰੇਸ਼ਾਨ ਕੀਤਾ, ਉੱਪਰੋਂ ਗਰਮੀ ਨੇ ਪਰੇਸ਼ਾਨ ਕੀਤਾ ਤੇ ਜ਼ਿਆਦਾ ਮੰਦਾ ਹਾਲ ਹੋ ਜਾਣਾ ਜੀ। ਸ਼ਰਮਾ ਜੀ, ਅਸੀਂ ਹਰ ਪ੍ਰੋਗਰਾਮ ਦੇ ਵਿੱਚ ਕਰੋਨਾ ਕਰਦੇ ਹਾਂ, ਪਰ ਇਸ ਵਾਰੀ ਪ੍ਰੋਗਰਾਮ ਸ਼ੁਰੂ ਕਰਨ ਨੂੰ ਮੇਰਾ ਦਿਲ ਕਰਦਾ ਕਿ ਅਸੀਂ ਮੋਦੀ ਕਰੀਏ, ਭਾਜਪਾ ਕਰੀਏ, ਕਿਉਂਕਿ ਇਸ ਵੇਲੇ ਜਦੋਂ 5 ਰਾਜਾਂ ਦੀਆਂ ਚੋਣਾਂ ਹੋਈਆਂ ਨੇ ਤੇ ਉਦੋਂ ਭਾਜਪਾ ਦੀ ਇੱਕ ਤਰ੍ਹਾਂ ਦੀ ਫੱਟੀ ਪੋਚੀ ਗਈ ਹੈ। ਉਸ ਤੋਂ ਬਾਅਦ ਯੂਪੀ 'ਚ ਚੋਣਾਂ ਹੋਈਆਂ ਨੇ, ਫਿਰ ਵੀ ਇਹਨਾਂ ਦਾ ਵਕਾਰ ਕੁਛ ਅੱਛਾ ਉੱਥੇ ਨਜ਼ਰ ਨਹੀਂ ਆਇਆ। ਤੇ ਸਾਡੇ ਦਰਸ਼ਕਾਂ ਨੂੰ ਇਸ ਵੇਲੇ ਦੱਸੋ ਕਿ ਭਾਜਪਾ ਦੀ ਮੁਲਕ ਦੇ ਵਿੱਚ ਹਾਲਤ ਕਿੱਦਾਂ ਦੀ ਆ? ਜਿਹੜੀ ਤੁਸੀਂ ਗੱਲ ਕੀਤੀ ਪਹਿਲਾਂ ਤੇ ਤੁਹਾਡਾ ਦਿਲ ਨਹੀਂ ਕਰਦਾ ਮੌਸਮ ਨੂੰ ਬਦਲਣ ਦੇ ਵਿੱਚ, ਉਹ ਗੱਲ ਠੀਕ ਨਹੀਂ। ਇਦਾਂ ਨਾ ਕਰੋ। ਮਈ ਤੇ ਜੂਨ ਬਹੁਤ ਗਰਮ ਮਹੀਨੇ ਹੁੰਦੇ ਨੇ, ਬਹੁਤ ਸਾਰੇ ਕਾਰੋਬਾਰ ਇਹਦੇ ਨਾਲ ਜੁੜੇ ਹੋਏ ਨੇ ਤੇ ਮੌਸਮ ਦਾ ਮਿਜ਼ਾਜ ਜਿਹੜਾ ਆ ਨਾਰਮਲ ਰਵੇ, ਸਮੇਂ ਦੇ ਅਨੁਕੂਲ ਰਵੇ ਤੇ ਫਿਰ ਫਸਲਾਂ ਤੇ ਵੀ ਉਹਦਾ ਚੰਗਾ ਅਸਰ ਹੈ। ਇਹ ਤਾਂ ਹੈ। ਹਾਲਾਂਕਿ ਸਾਡੇ ਰਹਿਣ ਸਹਿਣ ਲਈ ਕੁਝ ਮੌਸਮ ਬਿਲਕੁਲ ਸਾਜ਼ਗਾਰ ਆ, ਚੰਗਾ ਆ ਤੇ ਬਹੁਤੀ ਗਰਮੀ ਨਹੀਂ ਲੱਗ ਰਹੀ, ਉਹ ਗੱਲ ਠੀਕ ਹੈ। ਪਰ ਮੌਸਮ ਨੂੰ ਬਦਲਣ ਦਿਓ ਥੋੜਾ ਜਿਹਾ। ਜੇ ਤੁਸੀਂ ਵਾਕਈ ਉਹ ਇੱਕ ਬਾਬੇ ਦੇ ਕਹਿਣ ਵਾਂਗੂ ਘੜੇ ਤੋਂ ਢੱਕਣ ਚੱਕਿਆ ਹੋਇਆ ਤੇ ਮੌਸਮ ਜਿਹੜਾ ਤੁਸੀਂ ਸਾਂਭ ਕੇ ਰੱਖਿਆ ਉਹਨੂੰ ਠੀਕ ਕਰੀਏ ਆਪਾਂ। ਠੀਕ ਹੈ। ਤੁਸੀਂ ਗੱਲ ਕੀਤੀ ਸਵਲੀਨ ਜੀ, 5 ਰਾਜਾਂ ਦੇ ਵਿੱਚ ਬੀਜੇਪੀ ਦੀ ਫੱਟੀ ਪੋਚੀ ਗਈ, ਤੁਹਾਡੀ ਗੱਲ ਠੀਕ ਆ। 3 ਰਾਜਾਂ 'ਚ ਪੂਰੀ ਤਰ੍ਹਾਂ ਪੋਚੀ ਗਈ ਤੇ 2 ਰਾਜਾਂ ਦੇ ਵਿੱਚ ਉਹਨਾਂ ਦੀ ਜਿਹੜੀ ਸਰਕਾਰ ਬਣੀ। ਇੱਕ ਸਟੇਟ ਜਿਹੜੀ ਯੂਨੀਅਨ ਟੈਰੀਟਰੀ ਸੀ, ਬਹੁਤ ਛੋਟੀ ਸਟੇਟ ਸੀ, ਪਰ ਮੈਂ ਪਹਿਲਾਂ ਵੀ ਇੱਕ ਵਾਰ ਗੱਲ ਉਹਦੀ ਕੀਤੀ ਸੀ ਕਿ ਬਹੁਤ ਇੰਪੋਰਟੈਂਟ ਸਟੇਟ ਆ। ਜੇ ਉੱਥੇ ਬੀਜੇਪੀ ਦੇ ਪੈਰ ਲੱਗੇ ਆ ਤੇ ਸਾਊਥ ਵਿੱਚ ਇਹਨਾਂ ਦਾ ਜਿਹੜਾ ਪ੍ਰਸਾਰ ਆ ਉਹ ਹੌਲੀ ਹੌਲੀ ਜ਼ਰੂਰ ਵਧੇਗਾ, ਜਿਵੇਂ ਦੀ ਇਹ ਪਾਰਟੀ ਆ, ਜਿਵੇਂ ਦਾ ਇਹ ਸੈਟਅਪ ਆ। ਪਰ ਜਿਹੜੀ ਅਸੀਂ ਅੱਜ ਗੱਲ ਕਰਨੀ ਆ ਉਹਨੂੰ ਦੇਖ ਕੇ ਇਹ ਲੱਗਦਾ ਕਿ ਬੀਜੇਪੀ ਦੇ ਜਿਹੜੇ ਹਾਲਾਤ ਨੇ ਉਹ ਵਾਕਿਆ ਹੀ ਪਹਿਲਾਂ ਨਾਲੋਂ ਜਿਹੜੇ ਆ ਉਹ ਖੁਰਦੇ ਹੋਏ ਨਜ਼ਰ ਆ ਰਹੇ ਨੇ। ਨਿਖਰਦੇ ਹੋਏ ਨਜ਼ਰ ਨਹੀਂ ਆ ਰਹੇ। ਨਿਖਰਨਗੇ ਸ਼ਾਇਦ ਸਾਊਥ ਦੇ ਵਿੱਚ ਜੇ ਉਹ ਆਪਣੇ ਉਹਨਾਂ ਦੀਆਂ ਸਕੀਮ ਦੇ ਅਨੁਸਾਰ, ਉਹਨਾਂ ਦੇ ਸੋਚੇ ਦੇ ਅਨੁਸਾਰ ਸਾਰਾ ਕੁਝ ਹੁੰਦਾ ਰਿਹਾ। ਗੋਟੀਆਂ ਜੇ ਉਹਨਾਂ ਦੇ ਮਨ ਚਾਹੇ ਨੰਬਰ ਦਿੰਦੀਆਂ ਰਹੀਆਂ ਤਾਂ ਇਸ ਵਿਸਾਤ ਜਿੱਤਣਗੇ। ਪਰ ਜੋ ਭਾਰਤ ਦੇ ਅੱਜ ਦੇ ਹਾਲਾਤ ਨੇ ਉੱਥੇ ਉਹਨਾਂ ਦੇ ਜਿਹੜੇ ਗੋਟੀਆਂ ਨੇ ਉਹ ਹਾਲੇ ਤੱਕ ਫਿੱਟ ਨਜ਼ਰ ਨਹੀਂ ਆ ਰਹੀਆਂ। ਰਾਜਨੀਤੀ ਦੇ ਦੋਨੋਂ ਵੱਡੇ ਖਿਡਾਰੀ ਅਮਿਤ ਸ਼ਾਹ ਤੇ ਨਰਿੰਦਰ ਮੋਦੀ, ਤੇ ਜੇ ਇਸ ਤੋਂ ਬਾਅਦ ਕਿਸੇ ਬੰਦੇ ਦਾ ਬੀਜੇਪੀ 'ਚ ਜ਼ਿਕਰ ਆਉਂਦਾ ਆ, ਹੋ ਸਕਦਾ ਮੈਂ ਗਲਤ ਹੋਵਾਂ ਕਿਉਂਕਿ ਇਸ ਚੀਜ਼ ਨੂੰ ਅੰਕਲਨ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਬਹੁਤ ਵੱਡਾ ਨਾਮ ਸਾਹਮਣੇ ਆਉਂਦਾ ਹੈ ਯੋਗੀ ਆਦਿੱਤਿਆਨਾਥ ਦਾ। ਤੇ ਯੂਪੀ ਦੇ ਵਿੱਚ ਪੰਚਾਇਤ ਇਲੈਕਸ਼ਨਸ ਹੋਣ ਤੇ ਪਿਛਲੀਆਂ 2 ਜਿਹੜੇ ਅਸੀਂ ਕਾਮਨ ਇਲੈਕਸ਼ਨਸ ਦੇਖਦੇ ਹਾਂ, ਜਨਰਲ ਇਲੈਕਸ਼ਨਸ ਦੇਖਦੇ ਹਾਂ, ਲੋਕ ਸਭਾ ਦੀਆਂ ਚੋਣਾਂ ਪਿਛਲੀਆਂ 14 ਤੇ 19, ਜੇ ਅਸੀਂ ਦੋਨਾਂ ਨੂੰ ਦੇਖੀਏ ਤੇ ਯੂਪੀ 'ਚੋਂ ਬੀਜੇਪੀ ਨੂੰ ਬਹੁਤ ਵੱਡੀ ਜਿਹੜੀ ਸੀ ਜਿੱਤ ਪ੍ਰਾਪਤ ਹੋਈ। 80 ਚੋਂ 70 ਸੀਟਾਂ, 80 ਚੋਂ 72 ਸੀਟਾਂ, 80 ਚੋਂ 74 ਸੀਟਾਂ ਵੀ ਉਹਨਾਂ ਨੇ ਜਿੱਤੀਆਂ। ਤੇ ਉਸ ਤੋਂ ਬਾਅਦ ਜਦੋਂ ਅਸੀਂ MLA ਦੀ ਇਲੈਕਸ਼ਨ ਹੋਈ ਤੇ ਯੋਗੀ ਨੇ ਬਹੁਤ ਵੱਡੀ ਬਹੁਮਤ ਦੇ ਨਾਲ ਉੱਥੇ ਸਰਕਾਰ ਬਣਾਈ, ਸਾਰੀਆਂ ਹੀ ਵਿਰੋਧੀ ਪਾਰਟੀਆਂ ਨੂੰ ਜਿੱਤ ਕੀਤਾ। ਭਾਵੇਂ ਕਿ ਪ੍ਰਸ਼ਾਂਤ ਕਿਸ਼ੋਰ ਨੇ ਉੱਥੇ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਤੇ ਕਾਂਗਰਸ ਨੂੰ ਇਕੱਠੇ ਕਰ ਦਿੱਤਾ ਸੀ, ਫੇਰ ਵੀ ਉੱਥੇ ਯੋਗੀ ਆਦਿੱਤਿਆਨਾਥ ਨੇ ਬਹੁਤ ਵੱਡੀ ਜਿੱਤ ਲਈ ਸੀ ਤੇ ਵੱਡੀ ਸਰਕਾਰ ਬਣਾਈ ਸੀ। ਪਰ ਹੁਣ ਅਸੀਂ ਉਸ ਦਿਨ ਦੇਖਿਆ ਕਿ ਜਿਸ ਦਿਨ ਇਹ 4 ਸਟੇਟਾਂ ਦੀਆਂ ਤੇ 5ਵੀਂ ਯੂਨੀਅਨ ਟੈਰੀਟਰੀ ਦੀਆਂ ਇਲੈਕਸ਼ਨ ਸੀ, ਉਸ ਦੇ ਨਾਲ ਦੀ ਨਾਲ ਯੂਪੀ ਦੇ ਵਿੱਚ ਪੰਚਾਇਤ ਇਲੈਕਸ਼ਨਸ ਵੀ ਸੀ। ਕਿਉਂਕਿ ਉਹ ਬੈਲਟ ਦੀਆਂ ਇਲੈਕਸ਼ਨ ਸੀ ਤੇ ਰਿਜ਼ਲਟ ਜਿਹੜੇ ਉਹ ਬਾਅਦ ਵਿੱਚ ਆਇਆ, 2-3 ਦਿਨ ਲੱਗੇ ਉਹਨਾਂ ਦੀ ਗਿਣਤੀ ਹੋਣ ਨੂੰ। ਤੇ ਉੱਥੇ ਜਿਹੜੇ ਆ ਰਿਜ਼ਲਟ ਆਏ ਨੇ ਉਹਨਾਂ ਦੀ ਹਾਲਾਂਕਿ ਬਹੁਤ ਸਾਰੀਆਂ ਟੀਵੀਜ਼ ਨੇ ਤੇ ਜ਼ਿਕਰ ਵੀ ਕੀਤਾ ਹੈ, ਉਹਦਾ ਚਰਚਾ ਵੀ ਕੀਤੀ ਹੈ, ਅਸੀਂ ਉਹਦੀ ਗੱਲ ਕਰਦੇ ਸੀ। ਅਸੀਂ ਉੱਥੇ ਬੀਜੇਪੀ ਦੇ ਹਾਲਾਤ ਜਿਹੜੇ ਨੇ ਬਹੁਤ ਹੀ ਪਤਲੇ ਨਜ਼ਰ ਆਏ। ਕੋਈ 23-24% ਸੀਟਾਂ ਜਿਹੜੀਆਂ ਉਹ ਜਿੱਤ ਸਕੇ ਆ ਪੂਰੀ ਯੂਪੀ 'ਚ।
ਸਾਰੀ ਯੂਪੀ ਦੀ ਜੇ ਆਪਾਂ ਗੱਲ ਛੱਡ ਵੀ ਦਈਏ ਤੇ ਜਿੱਥੇ ਸਭ ਤੋਂ ਵੱਧ ਪ੍ਰਭਾਵ ਕਿਸਾਨ ਅੰਦੋਲਨ ਦਾ ਨਜ਼ਰ ਆਇਆ ਸੀ, ਵੈਸਟਰਨ ਯੂਪੀ ਜਿਹਨੂੰ ਪੱਛਮੀ ਉੱਤਰ ਪ੍ਰਦੇਸ਼ ਕਹਿੰਦੇ ਆ ਅਸੀਂ, ਪੰਜਾਬ ਨਾਲ, ਹਰਿਆਣੇ ਨਾਲ ਤੇ ਦਿੱਲੀ ਦੇ ਨਾਲ ਲੱਗਦਾ ਇਲਾਕਾ ਹੈ, ਕੁਝ ਦੂਜੇ ਪਾਸੇ ਦਾ ਵੀ ਏਰੀਆ ਹੈ। ਸਹਾਰਨਪੁਰ ਤੋਂ ਲੈ ਕੇ ਏਟਾ, ਇਟਾਵਾ, ਮੈਨਪੁਰੀ ਤੱਕ ਜਿਹੜੇ 16-17 ਜ਼ਿਲ੍ਹੇ ਨੇ, ਮੁਜ਼ੱਫਰਨਗਰ ਹੈ, ਮੇਰਠ ਹੈ, ਬ੍ਰਿੰਦਾਵਨ ਹੈ, ਤੇ ਇੱਥੇ ਉਹਨਾਂ ਦੀ ਜਿਹੜੀ ਹਾਲਾਤ ਆ ਉਹ ਬਹੁਤ ਖਰਾਬ ਨਜ਼ਰ ਆਏ। ਉਸ ਦੇ ਨਾਲ ਪ੍ਰਧਾਨ ਮੰਤਰੀ ਦਾ ਇਲਾਕਾ ਜਿਹੜਾ ਹੈ ਜਿੱਥੋਂ ਉਹ ਚੋਣ ਲੜਦੇ ਨੇ, ਵਾਰਾਣਸੀ ਦੇ ਵਿੱਚ ਉਹਨਾਂ ਦੇ ਜਿਹੜੇ ਸੀਟਾਂ ਨੇ ਉਹ ਬਹੁਤ ਘਟੀਆਂ ਜੀ। ਜੇ ਵਾਰਾਣਸੀ ਤੋਂ ਬਾਅਦ ਯੂਪੀ ਦੇ ਵਿੱਚ ਕਿਸੇ ਸ਼ਹਿਰ ਦਾ ਜ਼ਿਕਰ ਆਉਂਦਾ ਹੈ, ਬੀਜੇਪੀ ਦੇ ਨਾਮ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੋਂ ਨਹੀਂ, 80s ਤੋਂ ਲੈ ਕੇ 80s ਤੋਂ ਵੀ ਪਿੱਛੇ 70s 60s 1940 ਤੱਕ ਵੀ ਚੱਲ ਜਾਈਏ, ਜਦੋਂ ਤੋਂ ਰਾਮ ਮੰਦਿਰ ਦਾ ਕੇਸ ਚੱਲਦਾ ਹੈ ਤੇ ਅਯੁੱਧਿਆ ਦਾ ਜਿਹੜਾ ਜ਼ਿਕਰ ਆ ਫੈਜ਼ਾਬਾਦ ਦਾ ਆਉਂਦਾ ਹੈ, ਉਸ ਮਿਊਨਿਸਪੈਲਿਟੀ ਦੇ ਵਿੱਚ ਵੀ, ਉੱਥੇ ਨਗਰ ਪੰਚਾਇਤ ਦੇ ਵਿੱਚ ਵੀ ਇਹਨਾਂ ਨੂੰ ਜਿਹੜੀਆਂ ਸੀਟਾਂ ਮਿਲੀਆਂ ਨੇ ਉਹ 40 ਦੇ ਵਿੱਚੋਂ 10-12 ਹੀ ਮਿਲੀਆਂ ਨੇ। ਮੁਜ਼ੱਫਰਨਗਰ ਬਹੁਤ ਵੱਡਾ ਗੜ੍ਹ ਹੈ, ਉੱਥੋਂ ਵੀ ਇਹਨਾਂ ਦੀਆਂ ਸੀਟਾਂ ਜਿਹੜੀਆਂ ਉਹ ਘਟੀਆਂ ਨੇ। ਵਾਰਾਣਸੀ ਦੇ ਵਿੱਚ ਵੀ ਸੀਟਾਂ ਜਿਹੜੀਆਂ ਨੇ ਬਹੁਤ ਘੱਟ ਆਈਆਂ ਨੇ। ਇਹਦੇ 2-3 ਪਾਸੇ ਇਹਦੇ ਆਪਾਂ ਜਦੋਂ ਦੇਖਦੇ ਹਾਂ, ਫਿਰ ਗੱਲ ਕਰਦੇ ਸੀ ਅਸੀਂ ਹੁਣੀ ਯੋਗੀ ਆਦਿੱਤਿਆਨਾਥ ਦੀ, ਉਹਨਾਂ ਦਾ ਜਿਹੜਾ ਕੌਂਸਟੀਚੁਐਂਸੀ ਹੈ ਗੋਰਖਪੁਰ, ਉੱਥੋਂ ਵੀ ਇਹਨਾਂ ਦੀਆਂ ਜਿਹੜੀਆਂ ਯੂਪੀ ਦੇ ਵਿੱਚੋਂ ਸੀਟਾਂ ਨੇ ਬਹੁਤ ਘੱਟ ਹੋਈਆਂ ਨੇ ਪੰਚਾਇਤ ਇਲੈਕਸ਼ਨਸ ਦੇ ਵਿੱਚ। ਔਰ ਇਹ ਵੀ ਗੱਲ ਹੈ ਸਵਲੀਨ ਜੀ ਕਿ ਜਿਹੜੀਆਂ ਪੰਚਾਇਤ ਇਲੈਕਸ਼ਨਸ ਆ ਅਸੀਂ ਪੰਜਾਬ 'ਚ ਵੀ ਦੇਖਦੇ ਹਾਂ ਤੇ ਬਾਕੀ ਜਗ੍ਹਾ ਦੇ ਵਿੱਚ ਵੀ ਅਸੀਂ ਇਹਦਾ ਗੌਰ ਜਦੋਂ ਇਹ 'ਤੇ ਕਰਦੇ ਹਾਂ ਤੇ ਪਾਰਟੀਆਂ ਆਪਣੇ ਚੋਣ ਸਿੰਬਲ ਤੇ ਇਹਨਾਂ ਇਲੈਕਸ਼ਨਸ ਨੂੰ ਨਹੀਂ ਲੜਦੀਆਂ ਤੇ ਬਹੁਤੀ ਤਵੱਜੋ ਵੀ ਨਹੀਂ ਦਿੰਦੀਆਂ, ਕਿਉਂਕਿ ਪਿੰਡ ਪੱਧਰ ਤੇ ਇਲੈਕਸ਼ਨ ਹੁੰਦੇ ਆ, ਉੱਥੇ ਹੋਰ ਬਹੁਤ ਸਾਰੇ ਮੁੱਦੇ ਭਾਰੂ ਹੁੰਦੇ ਨੇ। ਪਰ ਬੀਤੇ ਕੁਝ ਸਮੇਂ ਤੋਂ ਜਿੱਦਾਂ ਰਾਜਨੀਤੀ ਜਿਹੜੀ ਆ ਉਹ ਗੂੜੀ ਹੋਈ ਜਾਂਦੀ ਆ, ਰਾਜਨੀਤੀ ਦੇ ਲੋਕ ਜਿਹੜੇ ਉਹਦੇ 'ਚ ਜ਼ਿਆਦਾ ਸੰਮੇਲਨ ਹੋਈ ਜਾਂਦੇ, ਲੋਕਾਂ ਦਾ ਰਾਜਨੀਤੀ 'ਚ ਝੁਕਾਅ ਵੱਧ ਰਿਹਾ ਹੈ ਤੇ ਉਹਦੇ ਨਾਲ ਇਹ ਵੀ ਗੱਲ ਹੋਈ ਆ ਕਿ ਪੰਚਾਇਤ ਇਲੈਕਸ਼ਨ ਦੇ ਵਿੱਚ ਵੀ ਜਾਂ ਲੋਕਲ ਬਾਡੀ ਇਲੈਕਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਵੀ ਪਾਰਟੀਆਂ ਸਿੱਧੀ ਦਖਲਅੰਦਾਜ਼ੀ ਕਰਦੀਆਂ ਨੇ, ਵੱਡੇ ਲੀਡਰ ਪ੍ਰਚਾਰ ਪ੍ਰਸਾਰ ਵੀ ਕਰਦੇ ਨੇ ਤੇ ਉਹਦਾ ਧਿਆਨ ਵੀ ਰੱਖਦੇ ਨੇ। ਜ਼ਿਲ੍ਹਾ ਹੈੱਡਕੁਆਟਰ ਤੱਕ ਦੇ ਲੋਕ ਉੱਥੇ, ਮਿਨਿਸਟਰਸ ਤੱਕ ਵੀ ਉੱਥੇ ਘੁੰਮਣ ਜਾਂਦੇ ਨੇ ਤੇ ਇਹਨਾਂ ਇਲੈਕਸ਼ਨਸ ਦੇ ਉੱਤੇ ਤਿੱਖੀ ਨਜ਼ਰ ਰੱਖਦੇ ਨੇ। ਪਰ ਇਸ ਸਭ ਦੇ ਬਾਵਜੂਦ ਵੀ ਜੋ ਯੂਪੀ ਦੇ ਵਿੱਚ ਪਿਛਲੀਆਂ 2 ਲੋਕ ਸਭਾ ਚੋਣਾਂ ਹੋਣ ਦੇ ਵਿੱਚ ਇੰਨੀ ਵੱਡੀ ਜਿੱਤ ਹੋਈ ਆ, MLA ਦੀ ਇੰਨੀ ਵੱਡੀ ਜਿੱਤ ਹੋਈ ਆ, ਮੰਦਿਰ ਵੀ ਬਣਾ ਦਿੱਤਾ ਤੇ ਮੋਦੀ ਸਾਹਿਬ ਨੇ ਵਾਰਾਣਸੀ ਦੇ ਵਿੱਚ ਬਹੁਤ ਵੱਡੇ ਜਿਹੜੇ ਹੈਗੇ ਨੇ ਵਿਕਾਸ ਦੇ ਕਾਰਜਕ੍ਰਮ ਜਿਨ੍ਹਾਂ ਦੀ ਉਹ ਗੱਲ ਕਰਦੇ ਨੇ, ਪ੍ਰੋਗਰਾਮ ਨੇ, ਪ੍ਰੋਜੈਕਟ ਨੇ, ਲੀਕੇ ਨੇ, ਉੱਥੇ ਜਿੰਨਾ ਕੁ ਵੀ ਉਹ ਕਰ ਸਕਦੇ ਸੀ ਉਹਨਾਂ ਨੇ ਕੰਮ ਕੀਤਾ ਹੈ। ਉਹਦੇ ਬਾਵਜੂਦ ਵੀ ਜਿਹੜੀ ਵੋਟ ਪਰਸੈਂਟੇਜ ਗਿਰਦੀ ਆ ਤੇ ਉਹਨੂੰ ਤੁਸੀਂ ਬੜੇ ਤਰੀਕੇ ਨਾਲ ਉਹਨੂੰ ਦੇਖਣਾ ਪਊਗਾ, ਉਹਦਾ ਜਿਹੜਾ ਮੁਤਾਲਿਆ ਕਰਨਾ ਪਊਗਾ। ਅਸੀਂ ਤੇ ਕਰਾਂਗੇ, ਸਾਡਾ ਤਾਂ ਕਸਬ ਆ ਇਹ, ਤੇ ਜਿਹੜੀ ਪਾਰਟੀ ਆ ਇਹ ਆਪਣੇ ਪੱਧਰ ਤੇ ਵੀ ਇਹਨੂੰ ਇਸ ਚੀਜ਼ ਨੂੰ ਜ਼ਰੂਰ ਵਿਚਾਰੇਗੀ। ਤੇ ਕਿਸਾਨ ਅੰਦੋਲਨ ਨੇ ਢਾਹ ਲਾਈ ਯੂਪੀ 'ਚ ਵੋਟ ਬੈਂਕ ਗਿਰਾਉਣ ਦੀ ਜਾਂ ਕੋਈ ਹੋਰ ਕਾਰਨ ਵੀ ਰਿਹਾ? ਦੇਖੋ ਯੂਪੀ ਬਹੁਤ ਵੱਡੀ ਸਟੇਟ ਆ, 75 ਜ਼ਿਲ੍ਹੇ ਨੇ, 80 ਕੌਂਸਟੀਚੁਐਂਸੀਜ਼ ਨੇ, 20 ਕਰੋੜ ਤੋਂ ਵੀ ਜ਼ਿਆਦਾ, 22-23 ਕਰੋੜ ਆਬਾਦੀ ਹੈ ਸ਼ਾਇਦ, ਜੇ ਥੋੜਾ ਬਹੁਤੇ ਅੰਕੜੇ ਦੇ ਗਲਤ ਹੋਣ, ਕਿਉਂਕਿ 10 ਸਾਲ ਹੋ ਗਏ ਇਹਨਾਂ ਨੇ ਅੰਕੜਾ ਜਾਰੀ ਨਹੀਂ ਕੀਤਾ ਤੇ ਜਨਗਣਨਾ ਕਰਵਾਈ ਨਹੀਂ। ਇਸ ਗੱਲ ਤੇ ਵੀ ਬੜੀ ਹੈਰਾਨੀ ਆਉਂਦੀ ਆ, ਇੱਕ ਐਸਾ ਮੁਲਕ ਹੈ ਜਿੱਥੇ 10 ਸਾਲ ਬਾਅਦ ਗਿਣਤੀ ਕੀਤੀ ਜਾਂਦੀ ਹੈ। ਪਿੰਡ ਲੈਵਲ ਦੇ ਉੱਤੇ ਤੁਸੀਂ ਇੱਕ ਆਪਰੇਟਰ ਬਿਠਾ ਦਿਓ ਤੇ ਉਹਨੂੰ ਜੇ ਤੁਸੀਂ ਇੱਕ ਮਸ਼ੀਨ ਦੇ ਦਿਓ ਕੰਪਿਊਟਰ, ਤੇ ਉਹ ਸਾਰਾ ਰੋਜ਼ ਦੀ ਰੋਜ਼ ਜਾਂ ਹਫਤੇ ਦੇ ਹਫਤੇ ਉਹ ਇੱਕ ਦਿਨ ਲਾ ਕੇ ਪਿੰਡ ਦੇ ਵਿੱਚ ਇਸ ਚੀਜ਼ ਦਾ ਦੇਖ ਲਵੇ। ਚੌਕੀਦਾਰ ਇੰਦਰਾਜ ਕਰਦੇ ਨੇ ਜਨਮ ਦਾ ਵੀ ਤੇ ਮੌਤ ਦਾ ਵੀ, ਤੇ ਬੜਾ ਸੌਖਾ ਜਿਹਾ ਕੰਮ ਆ। ਇਹਦੇ ਲਈ ਜਨਗਣਨਾ ਲਈ ਬਹੁਤ ਲੰਬੇ ਚੌੜੇ ਕੰਮ ਦੀ ਲੋੜ ਨਹੀਂ ਹੈ ਵੀ ਤੁਸੀਂ ਬਹੁਤ ਵੱਡੇ ਪਰਫਾਰਮੇ ਬਣਾ ਕੇ ਰੱਖਣੇ ਨੇ ਤੇ ਉਹਦੀ ਫਿਰ 10 ਸਾਲ ਬਾਅਦ ਉਹਦੀ ਕੈਲਕੂਲੇਸ਼ਨਸ ਕਰਨੀ ਹੈ। ਤੇ ਜਿਹੜੀ ਜਨਗਣਨਾ ਆ ਉਹ ਬਸ ਸੌਖਿਆਂ ਹੀ ਸਾਨੂੰ ਮਿਲ ਸਕਦੀ ਹੈ। ਖੈਰ ਸਾਡੀ ਗੱਲ ਕਿਸੇ ਹੋਰ ਪਾਸੇ ਚਲੀ ਗਈ, ਅਸੀਂ ਯੂਪੀ ਦੀ ਗੱਲ ਕਰਦੇ ਸੀ ਤੇ ਯੂਪੀ ਦੀ ਗੱਲ ਤੁਸੀਂ ਕੀਤੇ ਸੀ ਕਿ ਕਿਸਾਨ ਅੰਦੋਲਨ ਨੇ ਇਹਨੂੰ ਢਾਹ ਲਾਈ ਹੈ। ਇਹ ਗੱਲ ਬਿਲਕੁਲ ਠੀਕ ਹੈ। ਵੈਸਟਰਨ ਯੂਪੀ ਲਈ ਜਿਹੜੇ 16, 17, 18 ਜ਼ਿਲ੍ਹੇ ਪੱਛਮੀ ਉੱਤਰ ਪ੍ਰਦੇਸ਼ 'ਚ ਨੇ, ਉੱਥੇ ਜਿਹੜੀ ਇਹਨਾਂ ਨੂੰ ਵੱਡੀ ਸੱਟ ਵੱਜੀ ਹੈ ਉਹ ਕਿਸਾਨ ਅੰਦੋਲਨ ਦੀ ਹੀ ਵੱਜੀ ਹੈ। ਦੂਸਰੀ ਜਿਹੜੀ ਗੱਲ ਉੱਥੇ ਚੋਣਾਂ 'ਚ ਸਾਹਮਣੇ ਆਈ ਹੈ ਕਿ ਸਮਾਜਵਾਦੀ ਪਾਰਟੀ ਜਿਹੜੀ ਆ ਪਿਛਲੀ ਵਾਰ ਕਮਜ਼ੋਰ ਸੀ, ਉਹ ਇਸ ਵਾਰ ਤਕੜੀ ਹੋ ਕੇ ਸਾਹਮਣੇ ਆਈ ਹੈ। ਤੇ ਇੱਕ ਹੋਰ ਹੈਰਾਨੀ ਦੀ ਗੱਲ ਹੈ, ਬਹੁਜਨ ਸਮਾਜ ਪਾਰਟੀ ਜਿਹੜੀ ਆ ਉਹਦਾ ਹੋਰ ਭਾਵੇਂ ਸਾਰੇ ਭਾਰਤ ਵਿੱਚ ਥੋੜਾ ਬਹੁਤ ਆਧਾਰ ਹੈ, ਪੰਜਾਬ ਦੇ ਵਿੱਚ ਵੀ ਕਾਫੀ ਆਧਾਰ ਹੈ, ਦੁਆਬੇ 'ਚ ਉਹਦਾ ਕਾਫੀ ਆਧਾਰ ਹੈ, ਪਰ ਯੂਪੀ 'ਚ ਉਹ ਬਹੁਤ ਕਮਜ਼ੋਰ ਨਜ਼ਰ ਆਈ ਹੈ। ਉਹਦੀ ਜਗ੍ਹਾ ਤੇ ਇੱਕ ਨਵੀਂ ਪਾਰਟੀ ਨੇ ਕਾਫੀ ਆਪਣਾ ਜਿਹੜਾ ਦਾਮਿਆ ਦਿਖਾ ਲਿਆ, ਉਹ ਹੈ ਆਜ਼ਾਦ ਸਮਾਜ ਪਾਰਟੀ। ਚੰਦਰ ਸ਼ੇਖਰ ਆਜ਼ਾਦ ਨਾਮ ਦੇ ਇੱਕ ਨੌਜਵਾਨ ਨੇ ਉਹ ਖੜੀ ਕੀਤੀ ਆ, ਭੀਮ ਆਰਮੀ ਵੀ ਸੀ, ਉਹਨਾਂ ਨੇ ਹੁਣ ਪਾਰਟੀ ਬਣਾਈ ਆ। ਤੇ ਉਹਨੂੰ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਉੱਥੇ ਜਿਹੜੇ ਹਾਲਾਤ ਨਜ਼ਰ ਆਏ ਨੇ, ਬੀਜੇਪੀ ਦਾ ਜਿਹੜਾ ਉੱਥੇ ਹੈਗਾ ਆ ਪ੍ਰਭਾਵ ਆ ਉਹ ਘਟਿਆ ਹੈ। ਜਦੋਂ ਵੈਸਟਰਨ ਯੂਪੀ ਦੀ ਗੱਲ ਕਰੀਏ ਤੇ ਜਾਟ ਅੰਦੋਲਨ ਕਰਕੇ ਵੀ ਘਟਿਆ ਹੈ। ਜਾਟ ਜਾਂ ਜਿਹੜੇ ਇਸ ਕੌਮ ਦੇ ਇਸ ਕਿੱਤੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਨੇ ਇਹ ਗੱਲ ਸਿੱਧ ਕੀਤੀ ਹੈ ਕਿ ਜਿਹੜੀ ਉਹਨਾਂ ਦੀ
ਪੋਲੀਟੀਕਲ ਸੈਟਅਪ ਹੈ ਉਹ ਰਾਸ਼ਟਰੀ ਲੋਕ ਦਲ ਹੈ, ਰਲਦੋ ਜਿਨ੍ਹਾਂ ਦੇ ਮੁਖੀ ਦੀ ਹੁਣੇ ਪਿੱਛੇ ਜੇ ਡੈਥ ਹੋਈ ਆ ਜੀ ਚੌਧਰੀ ਅਜੀਤ ਸਿੰਘ, ਤੇ ਜਿਹੜੀ ਉਹਨਾਂ ਦੀ ਦੂਸਰੀ ਸੈਟਅਪ ਹੈ ਜਿੱਥੇ ਕਿਤੇ ਉਹਨਾਂ ਦੀ ਕੋਈ ਸਮਾਜਿਕ ਸਰੋਕਾਰ ਹਨ ਜਾਂ ਖੇਤੀ ਨਾਲ ਜੁੜੇ ਹੋਏ ਮੁੱਦੇ ਹਨ, ਫਿਰ ਉਹ ਟਕੈਤ ਸਾਹਿਬ ਦੀ ਗੱਲ ਮੰਨਦੇ ਨੇ। ਪਰ ਬੀਜੇਪੀ ਨੂੰ ਉੱਥੇ ਵੱਡਾ ਸੈਟਬੈਕ ਜਿਹੜਾ ਹੋਇਆ ਹੈ ਸਿਰਫ ਔਰ ਸਿਰਫ ਜਾਟ ਅੰਦੋਲਨ ਨਾਲ ਤੇ ਲੋਕਾਂ ਦੇ ਇਸ ਗੱਲ ਦੇ ਨਾਲ ਕਿ ਜਿਹੜੀ ਬੀਜੇਪੀ ਆ ਉਹ ਲੋਕ ਮੁੱਦਿਆਂ ਦੇ ਉੱਤੇ ਧਿਆਨ ਨਹੀਂ ਦੇ ਰਹੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇਸ ਵੇਲੇ ਛੋਟੀ ਜਿਹੀ ਬ੍ਰੇਕ ਦਾ। ਤੁਸੀਂ ਇਸੇ ਤਰ੍ਹਾਂ ਬਣੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅਸੀਂ ਗੱਲ ਕਰ ਰਹੇ ਹਾਂ ਯੂਪੀ ਦੀਆਂ ਪੰਚਾਇਤੀ ਚੋਣਾਂ ਦੀ। ਜੇ ਭਾਜਪਾ ਪਿੱਛੇ ਰਹਿ ਗਈ, ਕਾਂਗਰਸ ਹਾਸ਼ੀਏ ਤੋਂ ਬਾਹਰ ਆ, ਤੇ ਫਿਰ ਅੱਗੇ ਕੌਣ ਗਿਆ? ਅੱਗੇ ਦੇਖੋ ਜੀ, ਸਮਾਜਵਾਦੀ ਪਾਰਟੀ ਨੇ ਉੱਥੇ ਆਪਣਾ ਜਿਹੜਾ ਸਟਰੋਂਗ ਕੀਤਾ ਆਧਾਰ ਆਪਣਾ, ਪਿਛਲੀ ਵਾਰ ਉਹ ਸਰਕਾਰ 'ਚ ਸੀਗੇ ਤੇ ਇਸ ਵਾਰ ਉਹ ਸਰਕਾਰ 'ਚ ਨਹੀਂ ਬਣ ਪਾਏ। ਯੋਗੀ ਸਾਹਿਬ ਨੇ ਇੱਥੇ ਬਾਜੀ ਮਾਰ ਲਈ ਸੀ ਤੇ ਉਹਨਾਂ ਨੂੰ ਇਸ ਗੱਲ ਦਾ ਇਲਮ ਹੋਇਆ ਕਿ ਉਹਨਾਂ ਨੇ ਜਿਹੜਾ ਗੱਠਜੋੜ ਕੀਤਾ ਸੀ ਉਹਦਾ ਉਹਨਾਂ ਨੂੰ ਨੁਕਸਾਨ ਹੋਇਆ, ਕਿਉਂਕਿ ਕੇਡਰ ਆਪਸ 'ਚ ਲੜਦਾ ਆ। ਤੁਸੀਂ ਵੱਖਰੀ ਪਾਰਟੀ ਹੋ, ਬੀਐਸਪੀ ਵੱਖਰੀ ਪਾਰਟੀ ਹੈ, ਕਾਂਗਰਸ ਵੱਖਰੀ ਪਾਰਟੀ ਹੈ। ਉਹਨਾਂ ਨੂੰ ਇਦਾਂ ਲੱਗਦਾ ਸੀ ਜੇ ਅਸੀਂ ਰਲ ਕੇ ਲੜਾਂਗੇ ਤੇ ਬੀਜੇਪੀ ਦੇ ਰੱਥ ਨੂੰ ਰੋਕ ਲਵਾਂਗੇ, ਪਰ ਉੱਥੇ ਉਲਟਾ ਹੋਇਆ ਸੀਗਾ ਕਿ ਜਦੋਂ ਤੋਂ ਉਹ ਇਕੱਠੇ ਹੋ ਗਏ ਤੇ ਲੋਕਾਂ ਨੇ ਦੇਖਿਆ ਇਹ ਤੇ ਆਪਸ 'ਚ ਪਹਿਲਾਂ ਲੜਦੇ ਸੀ, ਹੁਣ ਇਕੱਠੇ ਹੋ ਗਏ ਤੇ ਵੋਟ ਜਿਹੜਾ ਸਾਰਾ ਸੀਗਾ ਉਹ ਸ਼ਿਫਟ ਹੋ ਗਿਆ। ਤੇ ਉਹਦਾ ਇੱਕ ਹੋਰ ਵੀ ਪ੍ਰਭਾਵ ਪਿਆ ਕਿ ਮੁਲਾਇਮ ਸਿੰਘ ਯਾਦਵ ਦੀ ਜਿਹੜੀ ਪਾਰਟੀ ਆ ਉਹ ਬਹੁਤ ਜ਼ਿਆਦਾ ਮੁਸਲਮਾਨਾਂ ਦੇ ਨੇੜੇ ਮੰਨੀ ਜਾਂਦੀ ਹੈ ਤੇ ਯੂਪੀ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਨੇ ਜਿਹੜੀਆਂ ਮੁਸਲਿਮ ਬਹੁਲ ਨੇ। ਤੇ ਫਿਰ ਜਦੋਂ ਉਹਨਾਂ ਨੇ ਕਾਂਗਰਸ ਨਾਲ ਤੇ ਬੀਐਸਪੀ ਨਾਲ ਵੀ ਸਮਝੌਤਾ ਕਰ ਲਿਆ ਤੇ ਫਿਰ ਮੁਸਲਿਮ ਵੋਟ ਤੇ ਉਹਨਾਂ ਕੋਲ ਰਹਿ ਗਈ, ਪਰ ਬਾਕੀ ਸਾਰੀ ਜਿਹੜੀ ਵੋਟ ਸੀ ਉਹ ਯਕਮੁਸ਼ਤ ਦੂਜੇ ਪਾਸੇ ਸ਼ਿਫਟ ਹੋ ਗਈ। ਆਪਾਂ ਸਿਰਫ ਯੂਪੀ ਦੀ ਗੱਲ ਕਰਦੇ ਸੀ ਤੇ ਇਹ ਸੀਗੀਆਂ ਵੈਸਟਰਨ ਯੂਪੀ ਦਾ ਇਲਾਕਾ ਸੀ ਜਿੱਥੇ ਜਾਟ ਅੰਦੋਲਨ ਦਾ ਫਰਕ ਪਿਆ। ਤੇ ਜਿਹੜੇ ਇਹਨਾਂ ਦੇ ਆਪਣੇ ਗੜ੍ਹ ਨੇ, ਜਿੱਦਾਂ ਗੋਰਖਪੁਰ ਹੈ, ਦੂਸਰਾ ਅਯੁੱਧਿਆ ਹੈ ਤੇ ਤੀਸਰਾ ਹੈਗਾ ਜੀ ਵਾਰਾਣਸੀ, ਉੱਥੇ ਇਹਨਾਂ ਨੂੰ ਜਿਹੜਾ ਵੱਡਾ ਨੁਕਸਾਨ ਹੋਇਆ ਉਹ ਵੀ ਧਾਰਮਿਕ ਕਾਰਡ ਖੇਡਣ ਦਾ ਹੀ ਹੋਇਆ। ਉੱਥੇ ਵੀ ਸਮਾਜਵਾਦੀ ਪਾਰਟੀ ਨੇ ਵੱਡੀ ਜਿੱਤ ਖੜੀ ਕੀਤੀ ਹੈ, ਪਰ ਬਹੁਜਨ ਸਮਾਜ ਪਾਰਟੀ ਦਾ ਉੱਥੇ ਸੀਟਾਂ ਦਾ ਘਟਣਾ ਤੇ ਇੱਕ ਨਵੇਂ ਬਹੁਜਨ ਸਮਾਜ ਦੇ ਦਲ ਦਾ ਜਿਹੜਾ ਵਧਣਾ, ਪਹਿਲਾਂ ਇਹ ਵੀ ਦੇਖਿਆ ਜਾ ਰਿਹਾ ਸੀਗਾ ਕਿ ਸ਼ਾਇਦ ਜਿਹੜੀ ਉਹ ਭੀਮ ਆਰਮੀ ਦੇ ਲੀਡਰ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬੀਜੇਪੀ ਪਿੱਛੋਂ ਸਪੋਰਟ ਦੇ ਰਹੀ ਹੈ। ਇਹੋ ਜਿਹਾ ਕੁਝ ਘਟਨਾਕ੍ਰਮ ਨਜ਼ਰ ਆਇਆ ਸੀਗਾ ਕਿ ਮਾਇਆਵਤੀ ਦੀ ਪਾਰਟੀ ਨੂੰ ਡਾਊਨ ਟ੍ਰੋਡਨ ਕਰਨ ਲਈ ਇੱਕ ਨਵੀਂ ਧਿਰ ਨੂੰ ਉਜਾਗਰ ਕਰ ਰਿਹਾ ਤੇ ਕਿਸੇ ਨੂੰ ਸਪੋਰਟ ਦੇ ਰਿਹਾ, ਕਿਉਂਕਿ ਪਾਰਟੀਆਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਕਰਦੀਆਂ ਰਹਿੰਦੀਆਂ ਨੇ ਜਿਹੜੀਆਂ ਉਹਨਾਂ ਦੀ ਆਪਣੇ ਰਾਜਨੀਤਿਕ ਆਪਣੀ ਰਾਜਨੀਤੀ ਨੂੰ ਫਾਇਦਾ ਹੋਵੇ ਤੇ ਦੂਸਰੀਆਂ ਪਾਰਟੀਆਂ ਨੂੰ ਜਿਹੜਾ ਉਹਨਾਂ ਦਾ ਵੋਟ ਪਰਸੈਂਟੇਜ ਜਾਂ ਕਿਤੇ ਨਾ ਕਿਤੇ ਕੱਟਿਆ ਜਾ ਸਕੇ ਜਾਂ ਕੁਝ ਉਹਦੇ 'ਚ ਸੰਨ ਲਾਈ ਜਾ ਸਕੇ। ਪਰ ਹੁਣ ਉੱਥੇ ਇਹ ਗੱਲ ਜਿਹੜੀ ਸਾਹਮਣੇ ਆਈ ਆ ਕਿ ਜਿਹੜੇ ਮੁਸਲਿਮ ਵੋਟਰ ਸੀ ਜਾਂ ਦਲਿਤ ਵੋਟਰ ਸੀ ਉਹ ਸਾਰੇ ਇਸ ਗੱਲ ਤੋਂ, ਇਹਨਾਂ ਦੇ ਧਾਰਮਿਕ ਕਾਰਡ ਤੋਂ ਖਿਲਾਫ ਹੋਏ ਨੇ। ਤੇ ਕੋਵਿਡ ਦੇ ਦੌਰਾਨ ਜਿਹੜਾ ਇਹਨਾਂ ਦੇ ਕੀਤੇ ਹੋਏ ਕਾਰਜਕਾਰੀਆਂ ਨੇ ਉਹਨਾਂ ਨੇ ਵੀ ਇਹਨਾਂ ਦਾ ਕਾਫੀ ਨੁਕਸਾਨ ਕੀਤਾ ਹੈ ਤੇ ਇਹਨਾਂ ਲਈ ਚਿੰਤਾ ਦਾ ਵਿਸ਼ਾ ਜੀ। ਤੇ ਜੇ ਗੱਲ ਅਸਾਮ ਦੀ ਕਰੀਏ ਤੇ ਅਸਾਮ ਦੇ ਵਿੱਚ ਵੀ ਸੀਐਮ ਬਦਲਤਾ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਬੜੀ ਹੈਰਾਨੀਜਨਕ ਘਟਨਾ ਹੈ। ਹੈਰਾਨੀਜਨਕ ਹੋਵੇਗੀ ਜਿਹੜੇ ਥੋੜੇ ਜਿਹੇ ਇਹਨੂੰ ਨੇੜਿਓਂ ਨਹੀਂ ਦੇਖਦੇ, ਪਰ ਸਾਨੂੰ ਵੀ ਲੱਗਦਾ ਸੀਗਾ ਕਿ ਜੇ ਤੇ ਸੀਟਾਂ ਘੱਟ ਆਉਣਗੀਆਂ ਬੀਜੇਪੀ ਕੋਲ, ਫੇਰ ਇਹ ਹਿਮੰਤ ਬਿਸਵਾ ਸਰਮਾ ਜਿਨ੍ਹਾਂ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਬਹੁਤ ਵੱਡੇ ਤੇ ਬਹੁਤ ਪੁਰਾਣੇ ਲੀਡਰ ਨੇ ਸਵਲੀਨ ਜੀ। ਤਰੁਣ ਗੋਗੋਈ ਦੀ ਮਿਨਿਸਟਰੀ ਦੇ ਵਿੱਚ ਵੀ ਇਹ ਮਿਨਿਸਟਰ ਰਹੇ ਨੇ। ਇਹਨਾਂ ਨੂੰ ਜਾਪਦਾ ਸੀਗਾ ਕਿ ਕਾਂਗਰਸ ਇਹਨਾਂ ਨੂੰ ਸੀਐਮ ਬਣਾਏਗੀ, ਪਰ ਉਹਨਾਂ ਨੇ ਫਿਰ ਤਰੁਣ ਗੋਗੋਈ ਦੇ ਉੱਤੇ ਹੱਥ ਰੱਖ ਦਿੱਤਾ ਸੀਗਾ ਤੇ ਇਹਨਾਂ ਨੂੰ ਨਹੀਂ ਬਣਾਇਆ ਗਿਆ ਸੀ ਮਿਨਿਸਟਰ। ਫਿਰ ਇਹਨਾਂ ਨੂੰ ਲੱਗਦਾ ਸੀ ਕਿ ਜੇ ਚਲੋ ਮੈਂ ਇਸ ਵਾਰ ਨਹੀਂ ਬਣਿਆ ਤੇ ਅਗਲੀ ਵਾਰ ਸ਼ਾਇਦ ਮੇਰੀ ਵਾਰੀ ਆ ਜਾਊਗੀ, ਪਰ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਸੀ ਕਿ ਤਰੁਣ ਗੋਗੋਈ ਦੇ ਬੇਟੇ ਦੀ ਜਿਹੜੀ ਆਮਦ ਹੋ ਗਈ ਸੀ ਪੋਲਿਟਿਕਸ ਦੇ ਵਿੱਚ। ਫਿਰ ਇਹਨਾਂ ਨੂੰ ਆਪਣਾ ਉੱਥੇ ਗੱਲ ਬਣਦੀ ਨਹੀਂ ਨਜ਼ਰ ਆਈ। ਫਿਰ ਇਹਨਾਂ ਨੇ ਰਾਜਨੀਤੀ ਜਿਹੜੀ ਸੀ ਕਾਂਗਰਸ ਦੀ ਛੱਡ ਕੇ ਤੇ ਬੀਜੇਪੀ ਨੂੰ ਜੁਆਇਨ ਕੀਤਾ। ਬੀਜੇਪੀ ਨੇ ਨਾਰਥ ਇੰਡੀਆ ਜਿਹੜਾ ਸਾਡਾ ਨਾਰਥ ਈਸਟਰਨ ਇੰਡੀਆ ਆ, ਨਾਰਥ ਈਸਟ ਡੈਮੋਕ੍ਰੈਟਿਕ ਅਲਾਇੰਸ ਬਣਾਇਆ ਸੀ, ਇੱਕ ਡਿਵੈਲਪਮੈਂਟ ਅਲਾਇੰਸ ਬਣਾਇਆ ਸੀ ਆਪਣੇ ਲੈਵਲ ਦੇ ਉੱਤੇ। ਉਹ ਜਿਹੜੀਆਂ 7 ਸਿਸਟਰਸ ਨੇ, 7 ਸਟੇਟਸ ਨੇ, ਅਸਾਮ ਤੋਂ ਸ਼ੁਰੂ ਹੋ ਕੇ ਮਣੀਪੁਰ, ਮੇਘਾਲਿਆ, ਤ੍ਰਿਪੁਰਾ ਤੇ ਅਰੁਣਾਚਲ, ਸਿੱਕਿਮ, ਇਹਨਾਂ ਨੇ ਲਈ ਇੱਕ ਵੱਖਰੀ ਪੋਲੀਟੀਕਲ ਆਰਗੇਨਾਈਜੇਸ਼ਨ ਸੈਟਅਪ ਕੀਤੀ ਸੀ। ਉੱਥੇ ਦੀਆਂ ਲੋਕਲ ਪਾਰਟੀਜ਼ ਨੂੰ ਵੀ ਨਾਲ ਰਲਾਇਆ ਸੀ। ਉਹਦੇ ਕੋਆਰਡੀਨੇਟਰ ਜਾਂ ਉਹਦੇ ਜਿਹੜੇ ਸੀਗੇ ਕਨਵੀਨਰ ਬਣਾਏ ਗਏ ਸੀ ਹਿਮੰਤ ਬਿਸਵਾਸ ਸਰਮਾ ਜੀ। ਬਹੁਤ ਚੰਗਾ ਰਾਜਨੀਤਿਕ ਕੰਮ ਕੀਤਾ ਇਹਨਾਂ ਨੇ ਉੱਥੇ ਬੀਜੇਪੀ ਦੇ ਵਾਧੇ ਲਈ, ਕਿਉਂਕਿ ਇਸ ਤੋਂ ਪਹਿਲਾਂ ਬੀਜੇਪੀ ਕੋਲ ਉੱਥੇ ਕੋਈ ਬਹੁਤ ਲੰਬਾ ਚੌੜਾ ਪੋਲੀਟੀਕਲ ਆਧਾਰ ਨਹੀਂ ਸੀ। ਪਰ ਪਿਛਲੀ ਵਾਰ ਉੱਥੇ ਅਸਮ ਗਣ ਪਰਿਸ਼ਦ ਤੋਂ ਆਏ ਹੋਏ ਸਰਵਾਨੰਦ ਸੋਨੋਵਾਲ ਨੂੰ ਤਾਜ ਦੇ ਕੇ ਬੀਜੇਪੀ ਨੇ ਉਹਨਾਂ 7 ਸਟੇਟਾਂ ਲਈ ਮੋਢੀ ਤੇ ਰੱਖਿਆ ਸੀਗਾ। ਉਹਨਾਂ ਕੋਲ ਅਹਿਮ ਅਹੁਦੇ ਵੀ ਰਹੇ ਨੇ ਸੋਨੋਵਾਲ ਮਿਨਿਸਟਰੀ ਦੇ ਵਿੱਚ, ਪਰ ਫਿਰ ਵੀ ਉਹ ਆਪਣੀ ਇਮਾਨਦਾਰੀ ਨਾਲ ਲੱਗੇ ਰਹੇ। ਉਹਨਾਂ ਨੂੰ, ਮੈਨੂੰ ਇਹ ਜਾਪਦਾ ਕਿ ਇਸ ਵਾਰ ਜਿਹੜਾ ਸਰਮਾ ਜੀ ਨੂੰ ਇਹ ਤਾਜ ਉੱਥੇ ਅਸਾਮ ਦਾ ਮਿਲਿਆ 15ਵੇਂ ਮੁੱਖ ਮੰਤਰੀ ਦਾ, ਉਹ ਉਹਨਾਂ ਦੇ
ਬਹੁਤ ਵਧੀਆ ਰਾਜਨੀਤਿਕ ਹੋਣ ਦਾ, ਬਹੁਤ ਹੀ ਲਾਇਲ ਹੋਣ ਦਾ, ਤੇ ਉਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਬੀਜੇਪੀ ਨੂੰ ਚੰਗਾ ਲੰਬਾ ਚੌੜਾ ਵਾਧਾ ਦੇਣ ਲਈ ਹੀ ਉਹਨਾਂ ਨੂੰ ਇਹ ਤਾਜ ਮਿਲਿਆ। ਪਰ ਇੱਕ ਹੋਰ ਮਜ਼ੇ ਦੀ ਗੱਲ ਇਹ ਆ ਸਵਲੀਨ ਜੀ ਕਿ ਉੱਥੇ ਕੋਈ ਉਥਲ-ਪੁਥਲ ਨਹੀਂ ਹੈ। ਜੇ ਸੋਨਵਾਲ ਨੂੰ ਛੱਡ ਕੇ ਸ਼ਰਮਾ ਨੂੰ ਬਣਾਤਾ ਗਿਆ ਤੇ ਸੋਨਵਾਲ ਉੱਥੇ ਉਸੇ ਫਿੱਟ ਦੇ ਵਿੱਚ ਨੇ, ਤੇ ਮੇਰਾ ਖਿਆਲ ਹੈ ਮਿਨਿਸਟਰ ਵੀ ਬਣਾਏ ਜਾਣਗੇ। ਅੱਜ ਮਿਨਿਸਟਰੀ ਸਹੁੰ ਜਿਹੜੀ ਉਹਨਾਂ ਨੇ ਚੁੱਕ ਲੈਣੀ ਆ। ਬੀਜੇਪੀ ਇਸ ਗੱਲ ਨੂੰ ਦੇਖਣਾ ਪਏਗਾ ਕਿ ਉਹਨਾਂ ਨੇ ਇੱਕ ਵੱਡੇ ਲੀਡਰ ਦੇ ਉੱਤੇ ਦੁਬਾਰਾ ਦਾ ਖੇਡਿਆ ਹੈ। ਪਹਿਲਾਂ ਜਿਹੜੇ ਫਿਰ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਆ ਕਿ ਦੋਨੋਂ ਹੀ ਲੀਡਰ ਮੂਲ ਰੂਪ ਚ ਬੀਜੇਪੀ ਦੇ ਨਹੀਂ ਹੈਗੇ। ਜਿਨ੍ਹਾਂ ਨੂੰ ਅੱਜ ਮਿਲਣੀ ਹੈ ਕੁਰਸੀ ਸ਼ਰਮਾ ਜੀ, ਉਹ ਕਾਂਗਰਸ ਤੋਂ ਆਏ ਹੋਏ ਨੇ, ਤੇ ਜਿਹੜੇ ਪਿਛਲੀ ਵਾਰ ਸੀ ਸਰਬਾਨੰਦ ਸੋਨਵਾਲ ਜੀ, ਉਹ ਅਸਮ ਗਣ ਪਰਿਸ਼ਦ ਤੋਂ ਆਏ ਹੋਏ ਨੇ। ਦੋਨੋਂ ਹੀ ਬੀਜੇਪੀ ਦੀ ਬੈਕਗ੍ਰਾਉਂਡ ਤੋਂ ਨਹੀਂ ਹਨ, ਪਰ ਬਹੁਤ ਬੇਸ ਤੋਂ, ਬਹੁਤ ਕੋਰ ਤੋਂ ਉਹ ਰਾਜਨੀਤੀ ਦੇ ਗਿਆਤਾ ਨੇ ਤੇ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਖਾਸ ਕਰਕੇ ਅਸਮ ਦੀ ਤੇ ਨੇਬਰ ਸਟੇਟਸ ਦੀ। ਤੇ ਬੀਜੇਪੀ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਕਿ ਸ਼ਰਮਾ ਜੀ ਨੂੰ ਉੱਥੇ ਜਿਹੜਾ ਤਾਜ ਮਿਲਿਆ ਹੈ ਉਹ ਮੋਦੀ ਦੇ ਤੇ ਸ਼ਾਹ ਦੇ ਨੇੜੇ ਹੋਣ ਦਾ ਉਹਨਾਂ ਨੂੰ ਫਾਇਦਾ ਮਿਲਿਆ। ਆਉਣ ਵਾਲੇ ਦਿਨਾਂ 'ਚ ਦੇਖਦੇ ਆ ਉੱਥੇ ਕਿਵੇਂ ਕਾਰਜਭਾਰ ਸੰਭਾਲਦੇ ਆ ਤੇ ਕਿਵੇਂ ਦੇ ਕੰਮ ਕਰਦੇ ਨੇ, ਬੀਜੇਪੀ ਦੀ ਕੁਰਸੀ ਨੂੰ ਬਚਾਈ ਰੱਖਦੇ ਨੇ ਜਾਂ ਕੁਝ ਨੁਕਸਾਨ ਹੁੰਦਾ। ਜਿਹੜੀਆਂ ਚੋਣਾਂ ਦੀ ਆਪਾਂ ਇਸ ਵੇਲੇ ਗੱਲ ਕਰ ਰਹੇ ਆ, ਇਹ ਸੁਪਰ ਸਪਰੈਡਰ ਬਣੀਆਂ ਨੇ ਕਰੋਨਾ ਦਾ ਤੇ ਕਰੋਨਾ ਨੇ ਇਸ ਵੇਲੇ ਭਾਰਤ ਦਾ ਲੱਕ ਤੋੜਦਾ, ਤੇ ਮੌਜੂਦਾ ਅੰਕੜੇ ਕੀ ਕਹਿ ਰਹੇ ਨੇ, ਭਾਰਤ ਦੀ ਦਸ਼ਾ ਕਿੱਦਾਂ ਦੀ ਦਰਸਾ ਰਹੇ ਨੇ? ਜੀ ਬਿਲਕੁਲ, ਇਸ ਹੀ ਮਹਾਮਾਰੀ ਨੇ ਬੀਜੇਪੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ। ਸਟੇਟਾਂ ਜ਼ਰੂਰ 2 ਇਹਨਾਂ ਨੇ ਜਿੱਤ ਲਈਆਂ, ਤੇ ਬੰਗਾਲ ਦੇ ਵਿੱਚ ਬਹੁਤ ਵੱਡਾ ਵਾਧਾ ਵੀ ਇਹਨਾਂ ਨੇ ਦਰਜ ਕੀਤਾ। ਅਸੀਂ ਪਿਛਲੇ ਗੱਲ ਨਾਲ ਹੀ ਗੱਲ ਨੂੰ ਜੋੜਦੇ ਹਾਂ, 75% ਵਾਧਾ ਦਰਜ ਕੀਤਾ ਇਹਨਾਂ ਨੇ, ਬਹੁਤ ਜ਼ਿਆਦਾ। 75 ਸੀਟਾਂ 76 ਸੀਟਾਂ ਲਈਆਂ, ਪਹਿਲਾਂ 3 ਸੀਗੀਆਂ। ਬਹੁਤ ਵੱਡੀ ਇਹਨਾਂ ਦੀ ਉੱਥੇ ਵਿਕਟਰੀ ਆ। ਕਰੋਨਾ 'ਚ 75% ਵਾਧਾ ਕੀਤਾ ਇਹਨਾਂ ਨੇ। ਇਲੈਕਸ਼ਨ ਕਮਿਸ਼ਨ ਨੇ ਜਦੋਂ ਚੋਣਾਂ ਦਾ ਐਲਾਨ ਕਰਤਾ, ਉਤੋਂ ਲੈ ਕੇ ਇਲੈਕਸ਼ਨਸ ਤੱਕ 75% ਦੀ ਕਰੋਨਾ ਵਧਾਤਾ ਪੱਛਮੀ ਬੰਗਾਲ 'ਚ ਇਹਨਾਂ ਨੇ। ਜੀ ਤੁਹਾਡੀ ਗੱਲ ਬਿਲਕੁਲ ਠੀਕ ਆ। ਤੁਸੀਂ ਕੋਵਿਡ ਦੇ ਸਟੈਟਿਸਟਿਕਸ ਦੀ ਗੱਲ ਕਰਦੇ ਸੀ, ਮੈਂ ਹਾਲੇ ਰਾਜਨੀਤੀ ਦੇ ਸਟੈਟਿਸਟਿਕਸ ਦੀ ਗੱਲ ਕਰਦਾ ਜੀ। ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਬੀਜੇਪੀ ਨੇ ਉੱਥੇ ਆਪਣੀਆਂ ਸੀਟਾਂ ਦੇ ਵਿੱਚ ਬੰਗਾਲ ਦੇ ਵਿੱਚ ਭਾਵੇਂ ਉਹ ਸਰਕਾਰ ਨਹੀਂ ਬਣਾ ਸਕੇ, ਪਰ ਵੱਡਾ ਵਾਧਾ ਦਰਜ ਕੀਤਾ। ਤੇ ਬਿਲਕੁਲ ਤੁਹਾਡੀ ਗੱਲ ਸਹੀ ਆ। ਇਹਨਾਂ ਇਲੈਕਸ਼ਨਸ ਦੇ ਦੌਰਾਨ ਹੀ ਬੀਜੇਪੀ ਨੇ ਸਾਰੇ ਦੇਸ਼ ਦੇ ਵਿੱਚ ਕਰੋਨਾ ਦਾ ਜਿਹੜਾ ਵਾਧਾ ਉਹ ਦੇਖਿਆ, ਕਿਉਂਕਿ ਸਰਕਾਰ ਇਹਨਾਂ ਦੀ ਆ ਤੇ ਫਿਰ ਇਸ ਕਰਕੇ ਇਹਨਾਂ ਨੂੰ ਕਿਹਾ ਜਾਊਗਾ ਕਿ ਬੀਜੇਪੀ ਨੇ ਉਹ ਕਰਵਾਇਆ ਵੀ ਆ ਤੇ ਦੇਖਿਆ ਵੀ ਆ। ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਆ ਉਹ ਬਦਨਾਮੀ ਹੋਈ ਆ। ਸਾਰੀਆਂ ਵੱਡੀਆਂ ਅਖਬਾਰਾਂ ਨੇ, ਮੈਗਜ਼ੀਨਸ ਨੇ, ਜਾਂ ਬਹੁਤ ਸਾਰੇ ਦੇਸ਼ਾਂ ਨੇ, ਬਹੁਤ ਸਾਰੇ ਸਿਹਤ ਸੇਵਾਵਾਂ ਦੇ ਮੁਖੀਆਂ ਨੇ, ਸਿਹਤ ਐਕਸਪਰਟਸ ਨੇ ਵੀ ਇਹ ਗੱਲ ਕਹੀ ਆ ਕਿ ਭਾਰਤ ਨੇ ਜਿਹੜਾ ਇਸ ਵਾਰ ਜਿਹੜਾ ਨੁਕਸਾਨ ਝੱਲਿਆ ਹੈ ਉਹ ਇਸ ਵੋਟਾਂ ਦੀ ਜਿਹੜੀ ਦੇਣ ਆ। ਅੰਕੜੇ ਸਵਲੀਨ ਜੀ ਕਮੋਬੇਸ਼ ਉਹੋ ਜਿਹੇ ਨੇ ਜਿੱਦਾਂ ਦੇ ਪਿਛਲੇ ਇੱਕ ਹਫ਼ਤੇ ਤੋਂ ਆ ਰਹੇ ਨੇ। 4 ਲੱਖ ਪਲੱਸ ਕੇਸ ਨੇ ਤੇ 4000 ਦੇ ਨੇੜੇ ਜਿਹੜੇ ਮੌਤਾਂ ਨੇ। ਮੌਤਾਂ ਦੀ ਗਿਣਤੀ ਸ਼ਾਇਦ 4000 ਤੋਂ ਥੋੜੀ ਜਿਹੀ ਘੱਟ ਹੋਈ ਆ। ਉਹ ਵੀ ਕੁਝ ਅਖਬਾਰਾਂ ਘੱਟ ਦੱਸਦੀਆਂ ਨੇ, ਕੁਝ ਵੱਧ ਦੱਸਦੀਆਂ ਨੇ, ਪਰ ਕੁੱਲ ਮਿਲਾ ਕੇ ਜਿਹੜੀ ਗੱਲਬਾਤ ਆ ਉਹ ਉੱਥੇ ਕੀ ਹੀ ਰੁਕੀ ਹੋਈ ਆ। ਦਿੱਲੀ 'ਚ ਕੁਝ ਕੁ ਕੇਸ ਅੱਗੇ ਨਾਲੋਂ ਘਟਣ ਦੀ ਖਬਰ ਮਿਲੀ ਆ, ਪਰ ਕਰਨਾਟਕਾ, ਤਾਮਿਲਨਾਡੂ, ਦਿੱਲੀ, ਇੱਥੇ ਲੋਕਡਾਊਨ ਜਿਹੜਾ ਆ ਉਹਦੇ 'ਚ ਵਾਧਾ ਕੀਤਾ ਗਿਆ ਹੈ। ਕੱਲ ਫੇਰ ਪ੍ਰਧਾਨ ਮੰਤਰੀ ਸਾਹਿਬ ਨੇ 4 ਮੁੱਖ ਮੰਤਰੀ ਨਾਲ ਗੱਲ ਕੀਤੀ। ਉਹਦੇ 'ਚ ਪੰਜਾਬ ਵੀ ਸੀ, ਕਰਨਾਟਕਾ ਸੀ, ਤੇ ਇੱਕ ਉੱਤਰਾਖੰਡ ਸੀ, ਇੱਕ ਸਟੇਟ ਹੋਰ ਸੀ। ਤੇ ਉੱਥੋਂ ਵੀ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਹੀ ਮਿਲੀਆਂ ਕਿ ਸਾਰੇ ਆਕਸੀਜਨ ਦੀ ਡਿਮਾਂਡ ਵੱਧ ਕਰ ਰਹੇ ਆ, ਟੀਕਿਆਂ ਦੀ ਡਿਮਾਂਡ ਕਰ ਰਹੇ ਆ, ਪਰ ਕੋਵਿਡ ਦੇ ਉੱਤੇ ਹਾਲੇ ਤੱਕ ਜਿਹੜੀ ਕੋਈ ਲਗਾਮ ਜਿਹੜੀ ਕੱਸੀ ਜਾਵੇ ਉਹ ਨਜ਼ਰ ਆਈ ਨਹੀਂ। ਇਦਾਂ ਲੱਗਦਾ ਕਿ ਕੋਵਿਡ ਜਿਹੜਾ ਆ ਸਰਕਾਰਾਂ ਨੇ ਹੁਣ ਰਾਮ ਭਰੋਸੇ ਛੱਡ ਦਿੱਤਾ ਕਿ ਜਿੰਨਾ ਕੁ ਵਧਣਾ ਵੱਧ ਜਾਏ, ਉਸ ਤੋਂ ਬਾਅਦ ਆਪਣੇ ਆਪ ਹੀ ਘਟ ਜਾਏਗਾ। ਸਰਕਾਰਾਂ ਜਾਂ ਲੋਕ, ਹੈਲਥ ਸਿਸਟਮਸ, ਜਿੰਨੇ ਕੁ ਸਾਧਨ ਹੈਗੇ ਉਨੇ ਕੁ ਕੋਸ਼ਿਸ਼ ਜ਼ਰੂਰ ਹੋ ਰਹੀ ਆ, ਪਰ ਉਹ ਜਿਹੜੀ ਲਾਗ ਸੀਗੀ, ਜਿਹੜੀ ਸਪਰੈਡਿਟੀ ਹੋ ਚੁੱਕੀ ਆ, ਉਹਦੇ ਤੇ ਹਾਲੇ ਕੋਈ ਰੁਕਾਵਟ ਨਜ਼ਰ ਆ ਨਹੀਂ ਰਹੀ ਕਿ ਉਹ ਕਿਸੇ ਤਰੀਕੇ ਨਾਲ ਘਟਦੀ ਹੋਵੇ। ਤੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਆ। ਦਿੱਲੀ ਦੇ ਅਸੀਂ ਬੀਤੇ ਦਿਨਾਂ 'ਚ ਬਹੁਤ ਭਿਆਨਕ ਖੌਫਨਾਕ ਦ੍ਰਿਸ਼ ਦੇਖੇ ਨੇ, ਮਰੀਜ਼ ਮਰਦੇ ਦੇਖੇ ਨੇ ਆਕਸੀਜਨ ਹੱਥੋਂ। ਤੇ ਫਿਰ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਸੀ ਕਿ 700 ਮੀਟ੍ਰਿਕ ਟਨ ਜਿਹੜੀ ਆਕਸੀਜਨ ਆ ਡੇਲੀ ਤੁਸੀਂ ਦਿੱਲੀ ਨੂੰ ਦੇਣੀ ਆ। ਕੀ ਉਹ ਜਿਹੜੀ ਸਪਲਾਈ ਆ ਉਹਨੂੰ ਯਕੀਨੀ ਬਣਾਇਆ ਕੇਂਦਰ ਸਰਕਾਰ ਨੇ ਜਾਂ ਨਹੀਂ? ਬੀਜੇਪੀ ਦੇ ਪ੍ਰਵਕਤਾ ਦਾ ਜਿਹੜਾ ਅੱਜ ਦਾ ਬਿਆਨ ਆ, ਉਹਨਾਂ ਨੇ ਕਿਹਾ ਸੀ ਕਿ ਸਾਨੂੰ 700 ਮੀਟ੍ਰਿਕ ਟਨ ਦੀ ਗੱਲ ਹੋਈ ਸੀ, ਪਰ ਸਾਨੂੰ ਮਿਲੀ ਕੱਲ ਜਿਹੜੀ ਆ ਉਹ 500 ਤੋਂ ਵੀ 1 ਮੀਟ੍ਰਿਕ ਟਨ ਘੱਟ ਹੀ ਮਿਲੀ। ਤੇ ਸੁਪਰੀਮ ਕੋਰਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਮਾਣਯੋਗ ਅਦਾਲਤ ਦੇ ਖਿਲਾਫ ਨਾ ਅਸੀਂ ਬੋਲਦੇ ਹਾਂ ਤੇ ਨਾ ਕੋਈ ਹੋਰ ਹੀ ਬੋਲਦਾ, ਤੇ ਬੋਲਣਾ ਚਾਹੀਦਾ ਵੀ ਨਹੀਂ। ਪਰ ਉਹਨਾਂ ਦੇ ਦਿੱਤੀਆਂ ਹੋਈਆਂ ਗਾਈਡਲਾਈਨਸ ਦੀ ਤੇ ਉਹਨਾਂ ਦੇ ਬਣਾਏ ਹੋਏ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਅਸੀਂ ਜਿੰਨੀਆਂ ਦੇਖਦੇ ਹਾਂ, ਉਹ ਕਿਸੇ ਹੋਰ ਦੀਆਂ ਨਹੀਂ। ਜੇ ਮਾਣਯੋਗ ਕੋਰਟ ਕੋਈ ਗੱਲ ਕਹਿੰਦਾ ਹੈ ਤੇ ਉਹਨੂੰ ਸਰਕਾਰਾਂ ਨੂੰ ਚਾਹੀਦਾ ਹੈ ਉਸ ਗੱਲ ਨੂੰ ਯਕੀਨੀ ਬਣਾਇਆ ਜਾਵੇ। ਪਰ ਗੱਲ ਇਹ ਆ ਵੀ ਕੋਰਟ ਨੂੰ ਆਦੇਸ਼ ਦੇਣੇ ਇਸ ਕਰਕੇ ਪੈਂਦੇ ਨੇ ਕਿਉਂਕਿ ਸਰਕਾਰਾਂ ਉਹ ਚੀਜ਼ਾਂ, ਉਹ ਕੰਮ ਜਿਹੜੀਆਂ ਨਹੀਂ ਕਰਦੀਆਂ। ਇਹ ਤਾਂ ਬਹੁਤ ਵੱਡੀ ਗੱਲ ਸੀਗੀ ਕਿ ਆਕਸੀਜਨ ਦੀ ਸਪਲਾਈ ਦੇਣੀ ਆ। ਸਵਲੀਨ ਜੀ, ਛੋਟਾ ਜਿਹਾ ਇੱਕ ਆਦੇਸ਼ ਆ ਮਾਨਯੋਗ ਕੋਰਟ ਦਾ ਕਿ ਜੇ ਸੜਕ ਦੇ ਉੱਤੇ ਕਿਸੇ ਵੀ
ਟਰਾਂਸਪੋਰਟ ਨੇ, ਕਿਸੇ ਟਰੱਕ ਨੇ, ਕਿਸੇ ਗੱਡੀ ਨੇ ਕੋਈ ਕੂੜਾ ਜਾਂ ਕੋਈ ਰੇਤ ਜਾਂ ਕੋਈ ਇਹੋ ਜਿਹੀ ਚੀਜ਼ ਲੈ ਕੇ ਜਾਣੀ ਹੈ ਜਿਹੜੀ ਉੱਡ ਕੇ ਡਿੱਗਦੀ ਆ ਜਾਂ ਜਿਹੜੀ ਖਿੱਲਰਦੀ ਆ ਤੇ ਸੜਕ ਤੇ ਖਲਾਰਾ ਪੈਂਦਾ ਤੇ ਉਹਨੂੰ ਢੱਕ ਕੇ ਲਿਜਾਣ ਦਾ ਆਦੇਸ਼ ਹੈ। ਤੁਸੀਂ ਕੋਈ ਦੇਖੀ ਇਹੋ ਜਿਹੀ ਸਰਕਾਰ ਸੜਕ ਤੇ ਕੋਈ ਟਰੱਕ ਤੁਰਿਆ ਜਾਂਦਾ ਜਿਹਦੇ ਚ ਕੂੜਾ ਲੱਦਿਆ ਹੋਵੇ ਤੇ ਜਿਹਨੂੰ ਢੱਕਿਆ ਹੋਵੇ? ਨਹੀਂ ਜੀ, ਮੈਂ ਨਹੀਂ ਦੇਖਿਆ। ਤੁਸੀਂ ਕੋਈ ਰੇਤ ਵਾਲਾ ਟਰੱਕ ਢੱਕਿਆ ਦੇਖਿਆ? ਜੇ ਢੱਕਿਆ ਵੀ ਹੋਵੇ ਤਾਂ ਉਹ ਇਦਾਂ ਦੀ ਪਾਟੀ ਜੀ ਪੱਲੀ ਪਾਈ ਹੁੰਦੀ ਜਿਹਦਾ ਹਿਸਾਬ ਹੀ ਕੋਈ ਨਹੀਂ ਹੁੰਦਾ। ਉਹਦੇ ਚੋਟ ਉੱਡ ਕੇ ਸਾਡੇ ਸਿਰਾਂ 'ਚ ਵੈਸੇ ਜੇ ਉਹ ਉਦਾਂ ਸ਼ਾਇਦ ਘੱਟ ਉੱਡਦੀ ਹੋਵੇ ਤੇ ਪੱਲੀ ਦੀ ਖੈਰ ਨਾਲ ਉਹ ਜ਼ਿਆਦਾ ਉੱਡਦੀ ਹੈ। ਬਿਲਕੁਲ। ਸੋ ਕੋਰਟ ਦੇ ਆਦੇਸ਼, ਕੋਰਟ ਜਦੋਂ ਲੱਗਦੀ ਆ ਕਾਨੂੰਨ ਦੇ ਤਰੀਕੇ ਨਾਲ ਉਹ ਪੜ੍ਹਦੇ ਨੇ ਸਾਰੀਆਂ ਗੱਲਾਂ ਨੂੰ, ਉਹਨਾਂ ਦਾ ਹਾਲਾਤਾਂ ਦਾ ਜਾਇਜ਼ਾ ਲੈਂਦੇ ਨੇ, ਪਰ ਉਹਨਾਂ ਦੇ ਉੱਤੇ ਅਮਲ ਕਿੱਥੇ ਹੁੰਦਾ ਜੀ ਜੇ ਉਸ ਚੀਜ਼ ਦਾ ਜਾਇਜ਼ਾ ਲਿਆ ਜਾਵੇ। ਹਾਲਾਂਕਿ ਹਾਲਾਤਾਂ ਦੇ ਵਿੱਚ ਕੁਝ ਸੁਧਾਰ ਹੈ। ਜੇ 700 ਚਾਹੀਦੀ ਸੀ 500 ਮੀਟ੍ਰਿਕ ਟਨ ਵੀ ਉਹਨਾਂ ਨੂੰ ਮਿਲੀ ਆ ਤੇ ਉਹ ਕਾਫੀ ਆ। ਤੇ ਇੱਕ ਇਹ ਵੀ ਅੱਜ ਯੂਪੀ ਦੀ ਖਬਰ ਸੀ ਕਿ ਬਹੁਤ ਸਾਰੇ ਹਸਪੀਟਲ ਜਿਹੜੇ ਆ ਉਹ ਡਰ ਦੇ ਮਾਰੇ ਆਕਸੀਜਨ ਵੱਧ ਵੀ ਦੇ ਰਹੇ ਆ ਕੁਝ ਪੇਸ਼ੈਂਟਸ ਨੂੰ ਜੀ। ਤੇ ਹਸਪੀਟਲ ਜਦੋਂ ਹਾਲਾਤ ਖਰਾਬ ਨੇ, ਮਹਾਮਾਰੀ ਦੀ ਸਿਚੁਏਸ਼ਨ ਹੈ ਤੇ ਕੁਝ ਬਹੁਤ ਚੰਗਾ ਨਹੀਂ ਹੈ ਜੀ। ਕੋਰੋਨਾ ਸੰਬੰਧੀ ਜਾਣਕਾਰੀ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅੱਜ 18 ਤੋਂ 45 ਸਾਲ ਵਾਲਿਆਂ ਦਾ ਟੀਕਾਕਰਨ ਸ਼ੁਰੂ ਹੋਣਾ ਤੇ ਤੁਸੀਂ ਟੀਕਾ ਲਵਾਏ? ਨਹੀਂ, ਅੱਜ ਸ਼ੁਰੂ ਹੋਣਾ ਜੀ। ਰਜਿਸਟ੍ਰੇਸ਼ਨ ਕਰਵਾਈ ਆ, ਕਿਹਾ ਡਾਕਟਰ ਸਾਹਿਬ ਨੂੰ, ਕਹਿੰਦੇ ਹੋ ਜਾਓ ਵਿਚਾਰ ਚਰਚਾ ਕਰਕੇ ਆਓ ਤੇ ਲਾਉਣੇ ਤੁਹਾਡੇ ਟੀਕਾ। ਅੱਛਾ ਜੀ, ਲਗਵਾ ਲੈਣਾ ਜੀ ਟੀਕਾ, ਲਗਵਾਉਣਾ ਚਾਹੀਦਾ ਵੀ। ਤੇ ਟੀਕੇ ਹੈ ਨਹੀਂ ਸੀ ਪਹਿਲਾਂ ਤੇ ਅੱਜ ਟੀਕਾਕਰਨ ਸ਼ੁਰੂ ਕਰ ਦੇਣਾ ਸੂਬਾ ਸਰਕਾਰ ਨੇ, ਕੀ ਟੀਕੇ ਆ ਗਏ ਇਹਨਾਂ ਕੋਲ? ਹਾਂਜੀ, ਕੈਪਟਨ ਸਾਹਿਬ ਨੇ ਕੱਲ ਕਿਹਾ ਕਿ ਲੱਖ ਤੋਂ ਉੱਪਰ ਟੀਕੇ ਸਾਨੂੰ ਮਿਲ ਗਏ ਨੇ ਤੇ ਅਸੀਂ ਉਹ ਭੇਜ ਦਿੱਤੇ ਨੇ, ਅੱਗੇ ਤੋਂ ਅੱਗੇ ਤੇ ਲੱਗਣੇ ਸ਼ੁਰੂ ਹੋ ਜਾਣਗੇ। ਤੇ ਮੈਨੂੰ ਆਸ ਆ ਕਿ ਪੰਜਾਬੀ ਇਹਦੇ ਵਿੱਚ ਬਹੁਤ ਵੱਡੇ ਤਰੀਕੇ ਨਾਲ ਹਿੱਸਾ ਲੈਣਗੇ। ਸ਼ਰਤ ਸਿਰਫ ਇਹੀ ਆ ਕਿ ਪਿੱਛੋਂ ਜਿਹੜੀ ਟੀਕਿਆਂ ਦੀ ਸਪਲਾਈ ਆਈ ਜਾਵੇ। ਤੇ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜੇ 30% ਤੋਂ ਉੱਪਰ ਟੀਕੇ ਲੱਗ ਜਾਂਦੇ ਨੇ ਤੇ ਫਿਰ ਕਾਫੀ ਹਾਲਾਤ ਜਿਹੜੇ ਨੇ ਪੰਜਾਬ ਦੇ ਸੁਧਰ ਜਾਣਗੇ। ਆਸ ਕਰਦੇ ਆ ਕਿ ਹਾਲਾਤ ਪੰਜਾਬ ਦੇ ਸੁਧਰ ਜਾਣ ਤੇ ਚੰਗੇ। ਕਿਤੇ ਕਿਤੇ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਚੇਨ ਨੂੰ ਤੋੜਨ ਲਈ ਪ੍ਰੋਪਰ ਲਾਕਡਾਊਨ ਲਾਉਣਾ ਪੈਣਾ, ਮੁਕੰਮਲ ਤਾਲਾਬੰਦੀ ਕਰਨੀ ਪੈਣੀ। ਦੇਸ਼ ਫਿਰ ਉਸੇ ਰਾਹ ਤੇ ਜਾ ਰਿਹਾ। ਬਿਲਕੁਲ, ਤੁਹਾਡੀ ਗੱਲ ਠੀਕ ਹੈ ਜੀ। ਕਈ ਤਰ੍ਹਾਂ ਦੀਆਂ ਜਿੰਨੇ ਵਿਦਵਾਨ ਨੇ, ਜਿੰਨੇ ਮਾਹਰ ਨੇ, ਹਰ ਇੱਕ ਦੀ ਥਿਊਰੀ ਜਿਹੜੀ ਆ, ਸਟੱਡੀ ਉਸ ਚੀਜ਼ ਨੂੰ ਲੈ ਕੇ ਉਹ ਵੱਖੋ ਵੱਖਰੀ ਆ। ਬਹੁਤੇ ਕਹਿੰਦੇ ਨੇ ਕਿ ਹੁਣ ਟੀਕੇ ਨਾਲ ਹੀ ਸੁਧਾਰਿਆ ਜਾ ਸਕੇਗਾ ਮਾਹੌਲ ਨੂੰ। ਜਿਵੇਂ ਤੁਸੀਂ ਅੱਜ ਇੱਕ ਖਬਰ ਦਿੱਤੀ ਆ ਚੈਨਲ ਦੇ ਉੱਤੇ ਕਿ ਕਰੋਨਾ ਜਿਹੜਾ ਆ ਹੁਣ ਵਾਇਰਸ ਜਿਹੜਾ ਹਵਾ ਨਾਲ ਫੈਲਦਾ ਪਿਆ, ਤੇ ਜੇ ਹਵਾ ਨਾਲ ਸਵਲੀਨ ਜੀ ਫੈਲਦਾ ਪਿਆ ਹੁਣ ਤੇ ਫਿਰ ਤੇ ਉਹਨੂੰ ਤੁਸੀਂ ਇਦਾਂ ਸਮਝ ਸਕਦੇ ਆ ਨਾ ਕਿ ਫਿਰ ਉਹਨੂੰ ਲੋਕਡਾਊਨ ਨਾਲ ਵੀ ਨਹੀਂ ਚੁੱਕਿਆ ਜਾ ਸਕਦਾ। ਕਰੋਨਾ ਸੰਬੰਧੀ ਤੇ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ। ਅਮਰੀਕਾ ਵਾਲੇ ਕੁਝ ਕਹਿ ਰਹੇ ਨੇ, ਆਸਟ੍ਰੇਲੀਆ ਵਾਲੇ ਕੁਝ ਕਹਿ ਰਹੇ ਨੇ। ਤੁਸੀਂ ਥੋੜਾ ਜਿਹਾ ਚਾਨਣ ਪਾਓ ਵੀ ਐਕਚੁਅਲ ਮਾਮਲਾ ਹੈ ਕੀ ਆ? ਨਹੀਂ, ਪਹਿਲਾਂ ਆਪਾਂ ਲੋਕਡਾਊਨ ਨੂੰ ਪੂਰਾ ਕਰ ਲਈਏ ਕਿ ਜੇ ਲੋਕਡਾਊਨ ਦੀ ਗੱਲ ਕਰੀਏ, ਸਰਕਾਰਾਂ ਇਸ ਗੱਲ ਤੋਂ ਇਸ ਲਈ ਇਨਕਾਰੀ ਹਨ ਕਿ ਜੇ ਲੋਕਡਾਊਨ ਲਾਉਣੇ ਆ ਤੇ ਜਿੰਨੀ ਕੁ ਅਰਥ ਵਿਵਸਥਾ ਥੋੜੀ ਬਹੁਤ ਠੀਕ ਹੋਈ ਸੀ, ਜਿੰਨੇ ਕੁ ਮਿਡਲ ਕਲਾਸ ਦੇ ਲੋਕ ਜਿਹੜੇ ਆ, ਮੱਧ ਵਰਗ ਦੇ ਲੋਕ ਜਿਹੜੇ ਆਪਣੇ ਕੰਮਾਂ ਕਾਰਾਂ ਤੇ ਲੱਗੇ ਸੀ, ਕਿਉਂਕਿ ਪਿਛਲਾ ਸਾਲ ਬਹੁਤ ਖਰਾਬ ਲੰਘਿਆ। ਭਾਵੇਂ ਉਹ ਕੁਝ ਮਹੀਨੇ ਹੀ ਸੀ, 4-6 ਮਹੀਨੇ ਦਾ ਬੰਦ ਸੀ। ਸਤੰਬਰ ਤੋਂ ਬਾਅਦ ਖੋਲ੍ਹਣਾ ਥੋੜਾ ਬਹੁਤ ਸ਼ੁਰੂ ਹੋਇਆ। ਕਦੀ ਪਹਿਲੇ ਫੇਜ਼ ਦੀਆਂ ਛੋਟਾਂ ਮਿਲੀਆਂ, ਫਿਰ ਦੂਜੇ ਦੀਆਂ ਮਿਲੀਆਂ, ਫਿਰ ਕੁਝ ਹੋਰ ਤਰੀਕੇ ਦੀਆਂ ਮਿਲੀਆਂ। ਲੇਬਰ ਦੀ ਸਮੱਸਿਆ ਆਈ, ਇੰਡਸਟਰੀ ਦੀਆਂ ਕੁਝ ਹੋਰ ਸਮੱਸਿਆਵਾਂ ਸੀ, ਮੌਸਮ ਦੀਆਂ ਕੁਝ ਹੋਰ ਸਮੱਸਿਆਵਾਂ ਸੀ ਤੇ ਬੜੀ ਮੁਸ਼ਕਲ ਨਾਲ ਜਿਹੜੀ ਅਰਥ ਵਿਵਸਥਾ ਸੀ ਉਹ ਹੌਲੀ ਹੌਲੀ ਰਿੜਨ ਲੱਗੀ ਸੀ। ਜੇ ਕੰਪਲੀਟ ਲੋਕਡਾਊਨ ਲਾਉਂਦੇ ਆ ਤੇ ਉਹ ਵਾਲੀ ਸਥਿਤੀ ਮੁੜ ਕੇ ਆ ਜਾਊਗੀ ਤੇ ਫਿਰ ਜਿਹੜੇ ਆਰਥਿਕ ਮਾਰ ਨੇ ਉਹ ਕਹਿੰਦੇ ਨੇ ਕਿ ਭਾਰਤ ਨੂੰ ਫਿਰ ਠੀਕ ਹੋਣ ਲਈ ਬਹੁਤ ਸਾਲ ਲੱਗਣਗੇ। ਇਸ ਗੱਲ ਤੋਂ ਡਰਦੇ ਹੀ ਹਾਲੇ ਤੱਕ ਸੈਂਟਰ ਸਰਕਾਰ ਤੇ ਸੂਬਾ ਸਰਕਾਰਾਂ ਜਾਂ ਛੋਟੀਆਂ ਸਰਕਾਰਾਂ ਜਿਹੜੀਆਂ ਨੇ, ਜ਼ਿਲ੍ਹਾ ਲੈਵਲ ਦੇ ਉੱਤੇ ਜੋ ਐਡਮਿਨਿਸਟ੍ਰੇਸ਼ਨ ਹੈ, ਉਹ ਪੂਰੀ ਲੋਕਡਾਊਨ ਤੋਂ ਕੰਨੀ ਕਤਰਾ ਰਹੇ ਨੇ। ਛੋਟੀਆਂ ਰੁਕਾਵਟਾਂ ਲਾ ਰਹੇ ਨੇ, ਜਿੱਥੇ ਸਖਤੀ ਕਰ ਰਹੇ ਨੇ ਕਿ ਇਦਾਂ ਹੀ ਗੱਲ ਬਣ ਜਾਏ ਤੇ ਬਚਾਅ ਹੋ ਜਾਏ। ਪਰ ਹਾਲੇ ਤੱਕ ਉਹ ਜਿਹੜੀ ਗੱਲ ਆ ਉਹ ਨਜ਼ਰ ਨਹੀਂ ਆ ਰਹੀ। ਪਰ ਜੇ ਤੁਹਾਡੀ ਵਾਲੀ ਖਬਰ ਨੂੰ ਮੰਨ ਲਈਏ, ਅਮਰੀਕਨ ਰਿਸਰਚ ਨੂੰ ਜੇ ਅਸੀਂ ਉਹਦੇ ਤੇ ਪੂਰੇ ਤਰੀਕੇ ਨਾਲ ਮੰਨ ਲਈਏ ਉਸ ਗੱਲ ਨੂੰ, ਫਿਰ ਲੋਕਡਾਊਨ ਜਿਹੜਾ ਆ ਉਹ ਅਸਰਦਾਰ ਨਹੀਂ ਹੋਵੇਗਾ। ਪਾਰਸ਼ਲੀ ਅਸਰਦਾਰ ਹੋ ਸਕਦਾ, ਕਿਉਂਕਿ ਜੇ ਅਸੀਂ ਸਾਰਾ ਕੁਝ ਬੰਦ ਕਰ ਦਈਏ ਫਿਰ ਵੀ ਕੁਝ ਨਾ ਕੁਝ ਲੋਕ 10-20% ਲੋਕ ਤੇ ਘਰੋਂ ਬਾਹਰ ਨਿਕਲਦੇ ਨੇ, ਚਾਹੇ ਉਹ ਐਸੈਂਸ਼ੀਅਲਸ ਵਾਲੇ ਹੀ ਨੇ, ਚਾਹੇ ਉਹ ਮੈਡੀਕਲ ਸਟੋਰ ਵਾਲੇ ਹੀ ਨੇ, ਪਰ ਫਿਰ ਵੀ ਉਹ ਫੈਲੇਗਾ ਜ਼ਰੂਰ। ਇਸ ਕਰਕੇ ਟੀਕਾਕਰਨ ਜਿੰਨੀ ਛੇਤੀ ਹੋ ਸਕੇ ਓਨਾ ਹੀ ਜ਼ਿਆਦਾ ਚੰਗਾ ਹੈ। ਜਿਹੜੀ ਖਬਰ ਦੀ ਤੁਸੀਂ ਹੁਣੇ ਗੱਲ ਕਰ ਰਹੇ ਆ ਉਹਦੇ ਵਿੱਚ ਇਹ ਵੀ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਪ੍ਰਬੰਧ ਨੇ ਉਹ ਇਸ ਕਰਕੇ ਨਾਕਾਮ ਹੋ ਰਹੇ ਨੇ ਕਿਉਂਕਿ ਹਵਾ 'ਚ। ਬਿਲਕੁਲ। ਤੇ ਆਸਟ੍ਰੇਲੀਆ ਵਾਲੇ ਕੁਝ ਕਹਿ ਰਹੇ ਨੇ, ਅਮਰੀਕਾ ਵਾਲੇ ਕੁਝ ਕਹਿ ਰਹੇ ਨੇ। ਸਾਡੇ ਦਰਸ਼ਕ ਵੀ ਸੋਸ਼ਲ ਮੀਡੀਆ ਤੇ ਤਰ੍ਹਾਂ ਦੀਆਂ ਖਬਰਾਂ ਪੜ੍ਹਦੇ ਨੇ, ਸੁਣਦੇ ਨੇ। ਐਕਚੁਅਲ ਵਿੱਚ ਕੀ ਮਾਮਲਾ ਹੈ? ਆਸਟ੍ਰੇਲੀਆ ਦੇ ਜਿਹੜੀ ਸਿਹਤ ਡਿਪਾਰਟਮੈਂਟ ਨੇ ਜਾਂ ਉਹਨਾਂ ਦੇ ਜਿਹੜੇ ਰਿਸਰਚ ਵਿੰਗ ਨੇ, ਉਹਨਾਂ ਨੇ ਜਿਹੜੀ ਗੱਲ ਛਾਪੀ ਆ ਇੱਕ ਕੈਨਬਰਾ ਤੋਂ, ਉਹਨਾਂ ਦੇ ਮੁਤਾਬਕ ਤਾਂ ਉਹਨਾਂ ਨੇ ਜਿਹੜੀ ਡੋਨਾਲਡ ਟਰੰਪ ਨੇ ਗੱਲ ਕਹੀ ਸੀ ਉਹਦੀ ਪ੍ਰੋੜਤਾ ਕੀਤੀ ਆ ਕਿ ਇਹ ਜਿਹੜਾ ਵਾਇਰਸ ਆ ਇਹ ਕਿਸੇ ਚਮਗਿੱਦੜ ਤੋਂ ਹਵਾ 'ਚ ਨਹੀਂ ਫੈਲਿਆ, ਇਹ ਲੈਬੋਰਟਰੀ ਦਾ ਬਣਿਆ ਹੋਇਆ ਇੱਕ ਜੈਵਿਕ ਹਥਿਆਰ ਹੈ। ਤੇ ਆਸਟ੍ਰੇਲੀਆ ਦੇ ਤੇ ਚੀਨ ਦੇ ਜਿਹੜੇ ਕੁਝ ਆਪਸੀ ਰਿਸ਼ਤੇ ਨੇ ਉਹ ਬੀਤੇ ਦੇ ਵਿੱਚ ਖਰਾਬ ਨਜ਼ਰ ਆਏ ਨੇ। ਇਹਨਾਂ ਨੇ ਆਪਸ 'ਚ ਕੁਝ ਬੰਦ ਵੀ ਕੀਤਾ ਹੈ, ਕੁਝ ਵਪਾਰ ਦੇ ਵਿੱਚ ਵੀ ਬੰਦੀ ਹੋਈ ਹੈ।
ਹੋ ਸਕਦਾ ਹੈ ਇਸੇ ਕਰਕੇ ਰਿਪੋਰਟ ਸਾਹਮਣੇ ਆਈ ਹੋਵੇ ਜਾਂ ਚੀਨ ਨੂੰ ਪਤਾ ਹੋਵੇ ਕਿ ਉਹ ਇਸ ਚੀਜ਼ ਨੂੰ ਦੇਖ ਰਹੇ ਨੇ। ਉਹਨਾਂ ਦੇ ਜਿਹੜੇ ਮਾਹਰ ਸੀ ਉਹਨਾਂ ਨੇ ਤਾਂ ਇਹ ਗੱਲ ਕਹੀ ਆ ਕਿ ਅਸੀਂ ਇਸ ਚੀਜ਼ ਨੂੰ ਪਿਛਲੇ 6 ਸਾਲਾਂ ਤੋਂ ਦੇਖ ਰਹੇ ਹਾਂ ਕਿ ਚੀਨ ਨੇ ਇਹ ਜਿਹੜਾ 2020 ਦੇ ਵਿੱਚ ਜਾਂ 2019 ਦੇ ਵਿੱਚ ਨਹੀਂ ਕੀਤਾ। ਚੀਨ ਦੀ ਜਿਹੜੀ ਆਰਮੀ ਆ ਜਾਂ ਚੀਨ ਦੀ ਜਿਹੜੀ ਰਿਸਰਚ ਲੈਬ ਆ, ਚੀਨ ਦੀ ਜਿਹੜੀ ਸੀਕ੍ਰੇਟ ਲੈਬ ਆ, ਉਹ ਇਸ ਜੈਵਿਕ ਹਥਿਆਰ ਤੇ 2015 ਤੋਂ ਕੰਮ ਕਰ ਰਹੀ ਹੈ। ਉਹਨਾਂ ਦਾ ਦੱਸਣਾ ਤਾਂ ਇਹ ਹੈ ਕਿ ਉਹਨਾਂ ਨੇ ਇਹ ਨਹੀਂ ਹੋਰ ਵੀ ਬਹੁਤ ਸਾਰੇ ਸਟ੍ਰੇਨ ਬਣਾ ਕੇ ਰੱਖੇ ਹੋਏ ਨੇ ਤੇ ਉਹ ਇਹਨਾਂ ਨੂੰ ਤੀਜੇ ਵਿਸ਼ਵ ਯੁੱਧ ਦੇ ਤਰੀਕੇ ਦੇ ਨਾਲ ਵਰਤ ਰਹੇ ਨੇ। ਇੱਕ ਖਤਰਨਾਕ ਗੱਲ ਹੈ ਜੇ ਇਹਦੇ 'ਚ ਕੋਈ ਸੱਚਾਈ ਹੈ ਤਾਂ। ਉਹਨਾਂ ਦੀ ਇਸ ਰਿਪੋਰਟ ਦੇ ਉੱਤੇ ਫਿਰ ਅੱਗੇ ਹੋਰ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਕਿ ਇੱਕ ਤਾਂ ਇਹ ਗੱਲ ਹੈ ਸਵਲੀਨ ਜੀ ਕਿ ਚੀਨ ਨੇ ਹੁਣ ਤੱਕ ਕਿਸੇ ਵੀ ਜਾਂਚ ਦੇ ਵਿੱਚ ਪੂਰੀ ਤਰੀਕੇ ਨਾਲ ਸਹਿਮਤੀ ਨਹੀਂ ਪ੍ਰਗਟਾਈ ਤੇ ਸਾਥ ਨਹੀਂ ਦਿੱਤਾ। ਜੇ WHO ਵੱਲੋਂ ਵੀ ਇੱਕ ਟੀਮ ਗਈ ਸੀ ਤੇ ਉੱਥੇ ਉਹਨਾਂ ਨਾਲ ਵੀ ਕੋਈ ਬਹੁਤ ਚੰਗਾ ਵਿਵਹਾਰ ਨਹੀਂ ਹੋਇਆ। ਉਹਨਾਂ ਨੂੰ ਵੀ ਕਈ ਦਿਨ ਕੁਆਰੰਟਾਈਨ ਰੱਖਿਆ ਗਿਆ, ਫਿਰ ਕਈ ਚੀਜ਼ਾਂ ਦੱਸੀਆਂ ਗਈਆਂ, ਕਈ ਚੀਜ਼ਾਂ ਸਹੀ ਨਹੀਂ ਦੱਸੀਆਂ ਗਈਆਂ। ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਇਹ ਗੱਲ ਕਹੀ ਸੀ, ਹਾਲਾਂਕਿ ਉਹਨਾਂ ਦੇ ਬਹੁਤ ਸਾਰੇ ਜਿਹੜੇ ਬਿਆਨ ਹੁੰਦੇ ਸੀ ਉਹ ਦਮਗਜੇ ਹੀ ਹੁੰਦੇ ਸੀ ਜਾਂ ਹਵਾ 'ਚ ਛੱਡੇ ਹੋਏ ਹੁੰਦੇ ਸੀ, ਪਰ ਫਿਰ ਵੀ ਉਹ ਅਮਰੀਕਾ ਦੇ ਰਾਸ਼ਟਰਪਤੀ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਾਡੇ ਕੋਲ ਸਬੂਤ ਨੇ, ਜੇ ਸਮਾਂ ਆਵੇਗਾ ਤਾਂ ਅਸੀਂ ਦੱਸਾਂਗੇ। ਹਾਲਾਂਕਿ ਉਹ ਸਮਾਂ ਨਹੀਂ ਆਇਆ, ਉਹ ਦੂਜੀ ਵਾਰ ਰਾਸ਼ਟਰਪਤੀ ਨਹੀਂ ਬਣੇ ਤੇ ਜੋ ਬਾਈਡਨ ਨੇ ਇਹਦੇ ਲਈ ਹਾਲੇ ਤੱਕ ਚੁੱਪ ਹੀ ਧਾਰੀ ਰੱਖੀ ਹੋਈ ਹੈ। ਪਰ ਜੇ ਅਮਰੀਕਾ ਵੀ ਇਹ ਗੱਲ ਕਹਿ ਰਿਹਾ ਸੀ, ਆਸਟ੍ਰੇਲੀਆ ਵੀ ਇਹ ਗੱਲ ਕਹਿ ਰਿਹਾ ਤੇ ਚੀਨ ਦਾ ਇਸ ਵਾਇਰਸ ਤੋਂ ਬੜੇ ਸਲੀਕੇ ਨਾਲ ਮੁਕਤੀ ਪਾ ਲੈਣਾ, ਬਚਾਅ ਕਰ ਲੈਣਾ, ਤੇ ਤੁਸੀਂ ਗੱਲ ਦੱਸੀ ਸੀ ਕਿ ਵੁਹਾਨ ਦੇ ਵਿੱਚ ਕੰਸਰਟ ਹੋਣੇ, ਸਾਰਾ ਕੁਝ ਹੋਣਾ, ਉਹ ਇਸ ਗੱਲ ਵੱਲ ਇਸ਼ਾਰਾ ਜ਼ਰੂਰ ਕਰਦਾ ਕਿ ਕਿਤੇ ਨਾ ਕਿਤੇ ਦਾਲ ਵਿੱਚ ਕਾਲਾ ਜ਼ਰੂਰ ਹੈ। ਸ਼ਰਮਾ ਜੀ, ਮੰਨਿਆ ਪ੍ਰਮੰਨਿਆ ਰਸਾਲਾ ਆ ਦਾਲੇਸੈਂਟ, ਜਿੰਨੇ ਕੱਲ ਮੋਦੀ ਸਰਕਾਰ ਨੂੰ ਚੰਗੀ ਝਾੜ ਵੀ ਪਾਈ ਹੈ ਕਰੋਨਾ ਦੇ ਨਾਲ ਨਾ ਨਜਿੱਠਣ ਕਰਕੇ, ਇਹਨੇ ਵੀ 1 ਮਹੀਨਾ ਪਹਿਲਾਂ ਉਹਦੇ ਵਿੱਚ ਛਾਪਿਆ ਸੀ ਰਸਾਲੇ 'ਚ ਕਿ ਜਿਹੜਾ ਵਾਇਰਸ ਆ ਉਹ ਹਵਾ 'ਚ ਆ। ਬਿਲਕੁਲ। ਚਲੋ ਅਸੀਂ ਗੱਲ ਕਰਦੇ ਹਾਂ ਕਰੋਨਾ ਮਰੀਜ਼ਾਂ ਦੀ। ਆਪਣੇ ਸ਼ਹਿਰਾਂ ਦੇ ਵਿੱਚ ਕਰੋਨਾ ਦਾ ਕੀ ਹਾਲ ਆ ਉਹ ਤੇ ਅਸੀਂ ਰੋਜ਼ ਹੀ ਗੱਲਾਂ ਕਰਦੇ, ਪਰ ਇਸ ਵੇਲੇ ਪਿੰਡਾਂ ਦੇ ਲੋਕਾਂ ਤੇ ਕੀ ਬੀਤ ਰਹੀ ਆ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਬਿਲਕੁਲ ਸਵਲੀਨ ਜੀ, ਤੁਸੀਂ ਬਹੁਤ ਸਹੀ ਪੁਆਇੰਟ ਦੱਸਿਆ। ਮੈਂ ਇਹਦੀ ਅੱਜ ਵੀ ਪੜ੍ਹਦਾ ਸੀਗਾ, ਕੱਲ ਵੀ ਇੱਕ ਅਖਬਾਰ ਦੇ ਵਿੱਚ ਬਹੁਤ ਰਿਸਰਚ ਵਾਲੀ ਖਬਰ ਛਾਪੀ ਹੋਈ ਸੀ ਕਿ ਯੂਪੀ ਦਾ ਜਿਹੜਾ ਮੱਧ ਪ੍ਰਦੇਸ਼ ਨਾਲ ਬਾਰਡਰ ਲੱਗਦਾ, ਉੱਥੇ ਕੋਈ ਪੱਤਰਕਾਰ 12-15 ਪਿੰਡ ਉਹਨੇ ਗਾਹੇ ਨੇ ਤੇ ਉੱਥੇ ਜਿਹੜੀ ਖਬਰ ਆ ਉਹ ਬਹੁਤ ਹੈਰਾਨੀਜਨਕ ਆ ਤੇ ਬਹੁਤ ਦੁਖਦ ਵੀ ਆ, ਖਤਰਨਾਕ ਵੀ ਆ। ਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਕਿਸੇ ਪਿੰਡ ਜਿਹੜੇ ਯੂਪੀ ਦੇ ਬਿਲਕੁਲ ਰਿਮੋਟ ਏਰੀਆ ਜਿਹੜਾ ਮੱਧ ਪ੍ਰਦੇਸ਼ ਨਾਲ ਬਾਰਡਰ ਲੱਗਿਆ ਹੋਇਆ, ਉੱਥੇ ਇੱਕ ਹਫ਼ਤੇ ਦੇ ਇੱਕ ਪਿੰਡ ਦੇ ਵਿੱਚ 25 ਤੋਂ 30 ਮੌਤਾਂ ਨੇ। ਤੇ ਉੱਥੇ ਜਿਹੜਾ ਨਗਰ ਪ੍ਰਧਾਨ ਆ ਜਾਂ ਪਿੰਡ ਦਾ ਮੁਖੀ, ਉਹਨੇ ਇਹ ਵੀ ਦੱਸਿਆ ਕਿ ਇੱਥੇ ਡਿਸਪੈਂਸਰੀ ਤਾਂ ਹੈ ਛੋਟੀ ਜਿਹੀ ਮੋਟੀ, ਪਰ ਉੱਥੇ ਡਾਕਟਰ ਕੋਈ ਨਹੀਂ ਹੈ, ਸਿਰਫ ਇੱਕ ਅਸਿਸਟੈਂਟ ਟਾਈਪ ਦਾ ਬੰਦਾ ਹੈ ਜਿਹਨੂੰ ਪਿੰਡ ਵਾਲੇ ਡਾਕਟਰ ਸਮਝਦੇ ਨੇ ਤੇ ਉਹਦੇ ਤੋਂ ਹੀ ਅਸੀਂ ਦਵਾਈ ਲੈਂਦੇ ਹਾਂ। ਖੰਘ ਬੁਖਾਰ ਹੁੰਦਾ, ਦੂਜੇ ਤੀਜੇ ਚੌਥੇ ਦਿਨ ਬੰਦੇ ਦੀ ਜਿਹੜੀ ਆ ਉਹ ਮੌਤ ਹੋ ਜਾਂਦੀ ਹੈ। ਬਹੁਤ ਭਿਆਨਕ ਸਥਿਤੀ ਆ। ਇਹੋ ਜਿਹੀਆਂ ਹੀ ਖਬਰਾਂ ਅੱਜ ਦੀ ਰੋਹਤਕ ਤੇ ਹਿਸਾਰ ਤੋਂ ਮਿਲੀਆਂ ਕਿ ਆਲੇ ਦੁਆਲੇ 12-15-20 ਪਿੰਡਾਂ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਆ ਮੌਤਾਂ ਉਹ ਸਾਹਮਣੇ ਆ ਰਹੀਆਂ। ਤੇ ਸਵਲੀਨ ਜੀ, ਹੈਰਾਨੀ ਦੀ ਗੱਲ ਹੋਰ ਵੀ ਆ ਕਿ ਇਹ ਉਹ ਅੰਕੜੇ ਨੇ ਜਿਹੜੇ ਸਰਕਾਰੀ ਅੰਕੜਿਆਂ ਦੇ ਵਿੱਚ ਨਹੀਂ ਆ ਰਹੇ। ਕਿਉਂ? ਕਿਸੇ ਕੇ ਘਰ ਦੇ ਵਿੱਚ ਕੋਈ ਬਜ਼ੁਰਗ ਬਿਮਾਰ ਹੋਇਆ, ਦੂਰ ਦਰਾਡੇ ਦੇ ਇਲਾਕੇ ਨੇ, ਗਰੀਬ ਲੋਕ ਨੇ ਜਾਂ ਆਮ ਲੋਕ ਨੇ, ਖੇਤੀਬਾੜੀ ਨਾਲ ਜੁੜੇ ਹੋਏ ਨੇ, ਬਹੁਤਾ ਪ੍ਰਚਾਰ ਪ੍ਰਸਾਰ ਨਹੀਂ ਹੈ, ਚੈਨਲ ਵੀ ਨਹੀਂ ਹਨ ਜਾਂ ਉੱਥੇ ਤੱਕ ਪਹੁੰਚ ਵੀ ਨਹੀਂ ਹੈ ਤੇ ਆਮ ਤੌਰ ਤੇ ਪਿੰਡ 'ਚ ਕਿਸੇ ਦੀ ਮੌਤ ਹੋਵੇ ਤੇ ਉਹ ਸਰਕਾਰੀ ਅੰਕੜਿਆਂ ਦਾ ਹਿੱਸਾ ਨਹੀਂ ਬਣਦੀ, ਟੈਸਟ ਕਿਸੇ ਦਾ ਹੋ ਨਹੀਂ ਰਿਹਾ। ਸੋ ਜਿਹੜੀ ਸਾਡੀ ਵੱਡੀ ਆਬਾਦੀ ਤੇ ਜਿਹੜਾ ਦੂਰ ਦੂਰ ਦੇ ਇਲਾਕਿਆਂ ਦੇ ਵਿੱਚ ਰਿਹਾਇਸ਼ਾਂ ਹੋਣ ਦੇ ਨਾਲ ਇਹ ਜਿਹੜਾ ਬਿਮਾਰੀ ਆ ਉਹ ਬਹੁਤ ਜ਼ਿਆਦਾ ਫੈਲੀ ਹੋਈ ਆ। ਇਹ ਗੱਲ ਅਖਬਾਰਾਂ ਨੇ ਵੀ ਕਹੀ, ਅਸੀਂ ਆਪਣੇ ਚੈਨਲ ਤੇ ਵੀ ਇਹ ਗੱਲ 2-3 ਵਾਰ ਰੱਖ ਚੁੱਕੇ ਹਾਂ ਕਿ ਜੋ ਅੰਕੜੇ ਸਰਕਾਰ ਦੱਸ ਰਹੀ ਆ, ਅਸਲ ਅੰਕੜੇ ਉਹਦੇ ਨਾਲੋਂ 4-5 ਗੁਣਾ ਵਧੇਰੇ ਨੇ। ਜੇ ਪਿੰਡਾਂ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਫੈਲੀ ਹੋਈ ਹੈ ਤੇ ਹੋਰ ਵੀ ਗੱਲ ਹੈ ਕਿ ਜੇ ਥੋੜੀ ਬਹੁਤੀ ਪ੍ਰੋਬਲਮ ਹੋਵੇ ਤਾਂ ਅਸੀਂ ਡਾਕਟਰ ਕੋਲ ਜਾਂਦੇ ਨਹੀਂ। ਤੇ ਉਸ ਯੂਪੀ ਦੇ ਮੁੱਖ ਅਧਿਕਾਰੀ ਜਿਹੜਾ ਪਿੰਡ ਦਾ ਮੁਖੀ ਸੀ, ਉਹਨੇ ਤਾਂ ਇਹ ਵੀ ਦੱਸਿਆ ਕਿ ਅਸੀਂ ਪੰਚਾਇਤ ਚੋਣਾਂ ਦੇ ਵਿੱਚ ਵੀ ਲੋਕਾਂ ਨੂੰ ਖੰਘ ਤੇ ਬੁਖਾਰ ਦੀਆਂ ਦਵਾਈਆਂ ਵੰਡੀਆਂ। ਅੱਗੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੋਰ ਵੰਡਦੇ ਸੀ ਜਾਂ ਲੋਕਾਂ ਨੂੰ ਹੋਰ ਤਰੀਕੇ ਨਾਲ ਵੋਟਾਂ ਲਈ ਕਰਦੇ ਸੀ, ਇਸ ਵਾਰ ਤੇ ਖੰਘ ਤੇ ਬੁਖਾਰ ਦੀਆਂ ਦਵਾਈਆਂ ਅਸੀਂ ਸ਼ਹਿਰੋਂ ਲੈ ਕੇ ਆਏ ਸੀ, ਕਿਸੇ ਅਲੱਗ-ਅਲੱਗ ਡੱਬੇ 'ਚ ਕਹਿੰਦਾ ਪਾ ਕੇ ਰੱਖ ਲਈਆਂ, ਜਿੱਦਾਂ ਦੇ ਲੋਕ ਸੀ ਉਦਾਂ ਦੀਆਂ ਆਪਾਂ ਉਹਨਾਂ ਨੂੰ ਦਵਾਈਆਂ ਵੰਡਦੇ ਰਹੇ। ਮਤਲਬ ਤਰਸਯੋਗੀ ਹਾਲਤ ਆ ਪਿੰਡਾਂ ਦੀ ਇਸ ਵੇਲੇ। ਸ਼ਰਮਾ ਜੀ, ਮੈਂ ਨਾ ਉੜਦੀ ਇੱਕ ਖਬਰ ਸੁਣੀ ਆ ਕਿ ਕਰੋਨਾ ਦੀ ਬਹੁਤੀ ਫਿਕਰ ਕਰਨ ਵਾਲੇ ਬਾਬੇ ਰਾਮਦੇਵ ਦੀ ਸ਼ਿਕਾਇਤ ਹੋ ਗਈ ਆ। ਕੀ ਸੱਚ ਹੈ ਭਲਾ? ਦੇਖੋ ਜੀ, ਇਹ ਜਿਹੜੇ ਪਹਿਲਾਂ ਤਾਂ ਇਹਨਾਂ ਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹਨਾਂ ਨੂੰ ਅਸੀਂ ਬਾਬਾ ਕਿਉਂ ਕਹਿੰਦੇ ਆ। ਸਿਰਫ ਇਹਨਾਂ ਨੇ ਸਿਰਫ ਭਗਵੇਂ ਕੱਪੜੇ ਪਾਏ ਨੇ ਇਸ ਕਰਕੇ, ਨਹੀਂ ਤੇ 10,000 ਕਰੋੜ ਤੋਂ ਉੱਪਰ ਦੀ ਟਰਨਓਵਰ ਹੈ ਇਹਦੀ ਕੰਪਨੀ ਦੀ, ਇਹਨੂੰ ਲਾਲਾ ਕਹਿਣਾ ਚਾਹੀਦਾ। ਲਾਲਾ ਰਾਮਦੇਵ ਚੰਗਾ ਨਾਮ ਹੈ, ਰੁਪਈਏ ਕਮਾਉਣ ਡਏ ਨੇ। ਬਾਬੇ ਤਾਂ ਸਿਰਫ ਇਹ ਆਪਣੇ ਬਾਣੇ ਤੋਂ ਨੇ ਨਾ, ਕਰਮ ਤੇ ਕੋਈ ਨਹੀਂ ਇਹਨਾਂ ਦਾ ਬਾਬਿਆਂ ਵਾਲਾ। ਹੁਣ ਇਹਨਾਂ ਦੀ ਸ਼ਿਕਾਇਤ ਕੀਤੀ ਆ ਪੰਜਾਬ ਤੋਂ ਇੰਡੀਆ ਦੇ IMA ਦੇ ਵਾਈਸ ਪ੍ਰਧਾਨ ਡਾਕਟਰ ਦਹੀਆ ਨੇ। ਰਾਜਨੀਤੀ 'ਚ ਵੀ ਰਹੇ ਨੇ, ਇਲੈਕਸ਼ਨ ਵੀ ਲੜੀ ਸੀ ਇਹਨਾਂ ਨੇ ਤੇ ਜਲੰਧਰ ਹੀ ਪ੍ਰੈਕਟਿਸ ਕਰਦੇ ਨੇ। ਉਹਨਾਂ ਨੇ ਸ਼ਿਕਾਇਤ ਕੀਤੀ ਆ ਜਲੰਧਰ ਪੁਲਿਸ ਆਫੀਸਰ ਨੂੰ ਕਿ ਇਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਇੱਕ ਤਾਂ ਇਹ ਆਪਣੀਆਂ ਜਿਹੜੀਆਂ ਦਵਾਈਆਂ ਬਣਾ ਰਹੇ ਨੇ ਉਹਦਾ ਨਾਮ ਮਿਲਦਾ ਜੁਲਦਾ ਰੱਖਦੇ ਨੇ, ਅੰਗਰੇਜ਼ੀ ਦਵਾਈਆਂ ਵਾਲਾ। ਦੂਸਰਾ, ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਂ ਕਿਸੇ ਵੀਡੀਓ 'ਚ ਇਹ ਗੱਲ ਕਹੀ ਆ ਕਿ ਜੇ ਸਾਡੀ ਤੁਸੀਂ ਦਵਾਈ ਖਾਓ ਤੁਹਾਨੂੰ ਡਾਕਟਰ ਕੋਲ ਜਾਣ
ਜਾਣ ਦੀ ਲੋੜ ਨਹੀਂ ਹੈ ਤੇ ਇਹਨਾਂ ਨੇ ਜਿਹੜੇ ਕਾਨੂੰਨ ਆ ਉਹਨਾਂ ਦੀ ਉਲੰਘਣਾ ਕੀਤੀ ਆ ਤੇ ਇਹਨਾਂ ਨੇ ਮਹਾਮਾਰੀ ਐਕਟ ਦੀ ਵੀ ਉਲੰਘਣਾ ਕੀਤੀ ਆ ਤੇ ਦਵਾਈਆਂ ਨੂੰ ਵੀ ਇਹਨਾਂ ਨੇ ਮਾੜੇ ਦੱਸਿਆ ਹੈ ਤੇ ਡਾਕਟਰਾਂ ਦੀ ਵੀ ਨਿਖੇਧੀ ਕੀਤੀ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਦੇ ਹੋਏ ਉਹਨਾਂ ਨੇ ਉਹਦੇ ਤੇ ਕਾਰਵਾਈ ਦੀ ਮੰਗ ਕੀਤੀ ਆ। ਦੇਖਦੇ ਆ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ, ਪਰ ਮੈਨੂੰ ਇਹ ਜਾਪਦਾ ਕਿ ਬਾਬਾ ਜੀ ਅਕਸਰ ਖਬਰਾਂ 'ਚ ਰਹਿਣ ਲਈ ਇਹੋ ਜਿਹੀਆਂ ਗੱਲਾਂ ਕਰਦੇ ਨੇ ਤੇ ਆਪਣਾ ਜਿਹੜਾ ਬਿਜ਼ਨਸ ਆ ਉਹਨੂੰ ਵਧਾਉਣ ਲਈ ਇਹਨਾਂ ਨੂੰ ਵੀ ਕੋਈ ਪੀਕੇ ਵਰਗਾ ਬੰਦਾ ਮਿਲਿਆ ਹੋਣਾ ਕਿ ਇਦਾਂ ਦੀਆਂ ਗੱਲਾਂ ਕਰਦੇ ਰਹੋ ਤੇ ਤੁਸੀਂ ਸੁਰਖੀਆਂ 'ਚ ਬਣੇ ਰਹੋ। ਨਾਲੇ ਨਖੇਦੀ ਕਰਨੀ ਹੈ, ਉਹਨਾਂ ਦੀ ਕਰੋਨਾ ਦਵਾਈ ਤਾਂ ਕੋਈ ਲੈ ਨਹੀਂ ਰਿਹਾ ਜੀ, ਨਖੇਦੀ ਨਾ ਕਰਨ ਤੇ ਕੀ ਕਰਨ। ਬਿਲਕੁਲ ਜੀ। ਸ਼ਰਮਾ ਜੀ, DRDO ਦੀ ਕਰੋਨਾ ਰੋਕੂ ਦਵਾਈ ਜਿਹੜੀ ਅੱਜ ਕੱਲ ਬੜੀ ਚਰਚਾ 'ਚ ਆ ਤੇ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਅੱਗੇ ਥੋੜੀ ਜਿਹੀ ਚਾਨਣਾ ਪਾ ਦਿਓ। ਬਿਲਕੁਲ ਸਵਲੀਨ ਜੀ, ਅਸੀਂ ਜਾਣਦੇ ਹਾਂ ਕਿ ਜਦੋਂ ਬਿਮਾਰੀ ਨਵੀਂ ਆਉਂਦੀ ਹੈ ਤੇ ਉਹਦੇ ਤੇ ਦਵਾਈਆਂ ਦੀ ਰਿਸਰਚ ਜਿਹੜੇ ਆ ਵਿਗਿਆਨਕ ਬਹੁਤ ਸ਼ਿੱਦਤ ਨਾਲ ਕਰਦੇ ਨੇ ਕਿਉਂਕਿ ਉਹ ਮਾਨਵਤਾ ਨੂੰ ਬਚਾਉਣਾ ਚਾਹੁੰਦੇ ਨੇ ਤੇ ਬਹੁਤ ਸਾਰੀ ਵੈਕਸੀਨ ਦੀ ਚਰਚਾ ਤਾਂ ਅਸੀਂ ਬੜੇ ਦਿਨਾਂ ਤੋਂ ਕਰ ਰਹੇ ਹਾਂ। ਦਵਾਈਆਂ ਦੀ ਗੱਲ ਰਾਮਦੇਵ ਜੀ ਜ਼ਰੂਰ ਕਰਦੇ ਸੀ, ਪਰ ਕਿਸੇ ਚੰਗੀ ਕੰਪਨੀ ਵੱਲੋਂ ਇਹਦੀ ਤੇ ਕੋਈ ਹਾਲੇ ਤੱਕ ਕੋਈ ਪੁਖਤਾ ਸਬੂਤ ਜਿਹੜੇ ਸਾਹਮਣੇ ਨਹੀਂ ਆਏ ਸੀ। ਪਰ DRDO ਦਾ ਜਿਹੜਾ ਰਿਸਰਚ ਵਿੰਗ ਆ ਉਹਨਾਂ ਨੇ ਕੁਝ ਹੋਰ ਸੰਸਥਾਵਾਂ ਨਾਲ ਮਿਲ ਕੇ ਇੱਕ ਦਵਾਈ ਬਣਾਈ ਆ। ਪਿਛਲੀ ਅਪ੍ਰੈਲ ਤੋਂ ਕਹਿੰਦੇ ਅਸੀਂ ਲੱਗੇ ਹੋਏ ਸੀ, ਤਿੰਨੋਂ ਟਰਾਇਲ ਉਹਨਾਂ ਨੇ ਪਾਸ ਕਰ ਲਏ ਆ। ਕਾਫੀ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਦਵਾਈ ਉਹਨਾਂ ਨੇ ਦਿੱਤੀ ਸੀ ਟਰਾਇਲ ਬੇਸਿਸ ਦੇ ਤੇ ਉਹਦੇ ਰਿਜ਼ਲਟ ਬੜੇ ਸਾਹਮਣੇ ਚੰਗੇ ਜਿਹੜੇ ਰਿਜ਼ਲਟ ਆ ਉਹ ਸਾਹਮਣੇ ਆਏ ਆ। ਉਹਦੇ 'ਚ ਉਹਨਾਂ ਨੇ 2DG ਕਰਕੇ 2 ਡੀਆਕਸੀ ਤੇ ਡੀ ਗਲੂਕੋਜ਼ ਕਰਕੇ ਉਹਦਾ ਨਾਮ ਰੱਖਿਆ 2DG ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਪਾਊਡਰ ਦੇ ਤੌਰ ਤੇ ਇੱਕ ਦਵਾਈ ਹੈ, ਇਹਨੂੰ ਪਾਣੀ ਦੇ ਵਿੱਚ ਘੋਲ ਕੇ ਮਰੀਜ਼ ਨੂੰ ਪਿਲਾਉਂਦੇ ਨੇ ਤੇ ਉਹਦਾ ਜਿਹੜਾ ਆਕਸੀਜਨ ਲੈਵਲ ਆ ਉਹਦੇ ਲਈ ਬਹੁਤ ਚੰਗੀ ਉਹਦੇ ਰਿਜ਼ਲਟ ਆਉਂਦੇ ਨੇ। ਕਹਿੰਦੇ RT-PCR ਵੀ ਨੈਗੇਟਿਵ ਆ ਰਿਹਾ ਇਹਦੇ। ਹਾਂਜੀ, ਉਹਦੇ ਜਿਹੜੇ ਰਿਜ਼ਲਟ ਨੇ ਉਸ ਤੋਂ ਬਾਅਦ ਉਹਦੀ ਜਿਹੜੀ ਪੋਜ਼ਿਟਿਵ ਕੋਵਿਡ ਦੀ ਰਿਪੋਰਟ ਆ ਉਹ ਵੀ ਨੈਗੇਟਿਵ ਆ ਰਹੀ ਆ ਤੇ ਉਹਦੇ ਬਹੁਤ ਚੰਗੇ ਪ੍ਰਭਾਵ ਨੇ। ਹੁਣ ਇਹਨੂੰ ਬਣਾਉਣ ਦੀ ਜ਼ਿੰਮੇਵਾਰੀ ਡਾਕਟਰ ਰੈਡੀ ਲੈਬੋਰਟਰੀਜ਼ ਨੂੰ ਦਿੱਤੀ ਆ ਤੇ ਆਸ ਆ ਕਿ ਆਉਣ ਵਾਲੇ ਜਲਦੀ ਇਸ ਸਮੇਂ ਦੇ ਵਿੱਚ ਜਿਹੜੀ ਹੈ ਬਿਲਕੁਲ ਭਾਰਤੀ ਦਵਾਈ ਜਿਹੜੀ ਉਹ ਬਾਜ਼ਾਰ 'ਚ ਆ ਜਾਊਗੀ ਤੇ ਉਹਦੇ ਚੰਗੇ ਹੁਣ ਤੱਕ ਦੇ ਜਿੰਨੇ ਉਹਦੇ ਰਿਸਰਚ ਆ ਬਹੁਤ ਸਾਰੀਆਂ ਅਖਬਾਰਾਂ ਨੇ ਉਹਦੇ ਤੇ ਬਹੁਤ ਛਾਪਿਆ ਹੈ ਕਿ ਜੋ ਉਹਦੇ ਹੁਣ ਤੱਕ ਦੇ ਨਤੀਜੇ ਨੇ ਉਹ ਬਹੁਤ ਪੋਜ਼ਿਟਿਵ ਨੇ। ਆਸ ਕਰਦੇ ਹਾਂ ਕਿ ਭਾਰਤ ਦੀ ਇੱਕ ਦਵਾਈ ਜਿਹੜੀ ਆ ਉਹ ਦੁਨੀਆ ਦੇ ਵਿੱਚ ਵੀ ਬਾਕੀ ਲੋਕਾਂ ਨੂੰ ਬਚਾਵੇ ਤੇ ਆਪਣੇ ਲੋਕਾਂ ਨੂੰ ਵੀ ਕੋਵਿਡ ਤੋਂ ਜੇ ਬਚਾ ਲਏ ਤੇ ਚੰਗਾ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅਸੀਂ ਭਾਰਤ ਦੀ ਗੱਲ ਕਰ ਲਈ, ਪੰਜਾਬ ਦੀ ਵੀ ਗੱਲ ਕਰ ਲਈ ਤੇ ਹੁਣ ਪਾਕਿਸਤਾਨ ਦਾ ਵਿਦੇਸ਼ ਮੰਤਰੀ ਕੀ ਕਹਿ ਰਿਹਾ? ਦੇਖੋ ਜੀ, 1947 ਜਦੋਂ ਤੋਂ ਸਾਡੀ ਵੰਡ ਹੋਈ ਆ ਤੇ ਸ਼ਰੀਕਾਂ ਵਾਲੇ ਰਿਸ਼ਤੇ ਜਿਹੜੇ ਉਹ ਕਦੀ ਚੰਗੇ ਹੋਏ ਨਹੀਂ। ਕਦੀ ਇਧਰਲੇ ਹੁਕਮਰਾਨ ਨਹੀਂ ਚਾਹੁੰਦੇ ਸੀ ਤੇ ਕਦੀ ਉਧਰਲੇ ਹੁਕਮਰਾਨ ਨਹੀਂ ਚਾਹੁੰਦੇ ਸੀ। ਬੜੀਆਂ ਜੰਗਾਂ ਵੀ ਅਸੀਂ ਆਪਸ 'ਚ ਲੜੀਆਂ। ਕਦੇ ਰਿਸ਼ਤੇ ਥੋੜੇ ਬਹੁਤ ਠੀਕ ਹੋਣ ਲੱਗਦੇ ਆ ਤੇ ਫਿਰ ਕੋਈ ਨਾ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਜਿਹਦੇ ਨਾਲ ਉਹ ਖਰਾਬ ਹੋ ਜਾਂਦੇ ਨੇ। ਹੁਣ ਇਹਨੂੰ ਕਿਸਮਤ ਹੀ ਮੰਨ ਲੈਂਦੇ ਜਾਂ ਹੁਣ ਹੀ ਕਹਿ ਲੈਂਦੇ ਆ ਕਿ ਅਸੀਂ ਗੁਆਂਢ 'ਚ ਰਹਿੰਦੇ ਆ ਪਰ ਸਾਡੇ ਰਿਲੇਸ਼ਨ ਜਿਹੜੇ ਉਹ ਚੰਗੇ ਨਹੀਂ। ਮੈਂ ਖੁਦ ਇਸ ਗੱਲ ਦਾ ਬਹੁਤ ਚਾਹਵਾਨ ਆ ਕਿ ਇਹ ਰਿਸ਼ਤੇ ਜਿਹੜੇ ਆ ਸੁਧਰ ਜਾਣ ਤੇ ਜੇ ਇਹ ਦੋ ਹੀ ਦੇਸ਼ ਸਾਲ 2 ਸਾਲ ਲਈ ਵੀ ਇਸ ਗੱਲ ਦਾ ਫੈਸਲਾ ਕਰ ਲੈਣ ਕਿ ਅਸੀਂ ਜੰਗ ਜਿਹੜੀ ਉਹ ਨਹੀਂ ਕਰਨੀ ਜਾਂ ਜਿਹੜਾ ਆਰਮੀ ਦਾ ਬਜਟ ਆ ਉਹਨੂੰ ਅਸੀਂ ਲੋਕ ਭਲਾਈ ਤੇ ਖਰਚਣਾ ਤੇ ਦੋਨਾਂ ਹੀ ਮੁਲਕਾਂ ਦਾ ਜਿਹੜਾ ਸਿਸਟਮ ਆ ਉਹ ਬਹੁਤ ਸੁਧਰ ਜਾਏਗਾ। ਸਾਡਾ ਵੀ ਕਾਫੀ ਭਲਾ ਹੋਵੇਗਾ ਤੇ ਉਹਨਾਂ ਦਾ ਸਾਡੇ ਤੋਂ ਵੀ ਜ਼ਿਆਦਾ ਹੋਵੇਗਾ ਕਿਉਂਕਿ ਇਕਨੋਮਿਕ ਹਾਲਾਤ ਜੇ ਸਾਡੇ ਨਹੀਂ ਚੰਗੇ ਤੇ ਉਹਨਾਂ ਦੇ ਸਾਡੇ ਨਾਲੋਂ ਬਹੁਤ ਜ਼ਿਆਦਾ ਬਦਤਰ ਨੇ। ਤੇ ਜੇ ਯੂਰਪ ਤੋਂ ਜਾਂ ਦੂਸਰੀਆਂ ਦੇਸ਼ਾਂ ਤੋਂ ਦੇਖ ਕੇ ਅਸੀਂ ਸਿੱਖ ਲਈਏ ਕਿ ਵੰਡ ਹੋ ਗਈ, ਤੁਹਾਡਾ ਆਪਣਾ ਮੁਲਕ ਹੈ ਸਾਡਾ ਆਪਣਾ ਮੁਲਕ ਹੈ, ਲੜਾਈ ਨੂੰ ਛੱਡ ਦਈਏ, ਜੰਗ ਦੀ ਸਥਿਤੀ ਨੂੰ ਟਾਲ ਲਈਏ, ਅੱਤਵਾਦ ਤੇ ਆਪਸ ਦੇ ਵਿੱਚ ਰਲ ਕੇ ਜੇ ਕੰਟਰੋਲ ਕਰ ਰਹੀਏ ਤੇ ਮੁਲਕਾਂ ਦਾ ਭਲਾ ਜਿਹੜਾ ਬਹੁਤ ਹੋ ਸਕਦਾ, ਬਹੁਤ ਚੰਗੀਆਂ ਚੀਜ਼ਾਂ ਹੋ ਸਕਦੀਆਂ। ਇਦਾਂ ਅਸੀਂ ਸੋਚਦੇ ਹਾਂ। ਹੋ ਸਕਦਾ ਜਿਹੜੇ ਉੱਪਰ ਬੈਠੇ ਲੀਡਰ ਉਹ ਵੀ ਸੋਚਦੇ ਹੋਣ ਤੇ ਉਹਨਾਂ ਨੂੰ ਜਿਹੜੇ ਕੁਝ ਕੱਟੜਪੰਥੀ ਆ ਧਾਰਮਿਕ ਆਗੂ ਨੇ ਜਾਂ ਕੁਝ ਹੋਰ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦਾ ਇਹਦੇ ਤੇ ਰੋਟੀ ਪਾਣੀ ਚੱਲਦਾ ਹੈ ਉਹ ਨਾ ਚਾਹੁੰਦੇ ਹੋਣ। ਕਿਉਂਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਦੀਆਂ ਪਰਤਾਂ ਉਧੇੜਦੇ ਹਾਂ ਤੇ ਸਾਨੂੰ ਸਮਝ ਇੱਕ ਗੱਲ ਇਹ ਆਉਂਦੀ ਆ ਵੀ ਅਸੀਂ ਜੋ ਸੋਚਦੇ ਹਾਂ ਉਹੋ ਹੀ ਨਹੀਂ ਹੁੰਦਾ, ਸਾਡੇ ਪਿੱਛੇ ਹੋਰ ਬਹੁਤ ਸਾਰੀਆਂ ਤਾਕਤਾਂ ਕੰਮ ਕਰਦੀਆਂ। ਇਹ ਦੇਖਿਆ ਜਾਂਦਾ ਹੈ ਕਿ ਬਿਮਾਰੀਆਂ ਉਦੋਂ ਵੱਧਦੀਆਂ ਨੇ ਜਦੋਂ ਦਵਾਈਆਂ ਵਾਲੀਆਂ ਕੰਪਨੀਆਂ ਨੇ ਦਵਾਈਆਂ ਵੇਚਣੀਆਂ ਹੁੰਦੀਆਂ ਤੇ ਜੰਗਾਂ ਵੀ ਉਦੋਂ ਲੱਗਦੀਆਂ ਨੇ ਜਦੋਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਦਾ ਜਿਹੜਾ ਬਿਜ਼ਨਸ ਆ ਉਹ ਡਾਊਨ ਹੋ ਜਾਂਦਾ। ਪਰ ਹਾਲ ਦੀ ਜਿਹੜੀ ਘਟਨਾ ਹੈ ਉੱਥੋਂ ਦੇ ਫਾਈਨਾਂਸ ਮਿਨਿਸਟਰ ਜਿਹੜੇ ਕੁਰੈਸ਼ੀ ਸਾਹਿਬ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਧਾਰਾ 370 ਨੂੰ ਖਤਮ ਕਰਨਾ ਭਾਰਤ ਦਾ ਆਂਤਰਿਕ ਮਾਮਲਾ ਹੈ। ਪੁਲਵਾਮਾ ਅਟੈਕ 2019 ਦੀ ਜਿਹੜੀ ਘਟਨਾ ਆ ਉਹਨੂੰ ਤੋਂ ਉਤੋਂ ਦੇਖੀਏ ਤੇ ਸਾਡੇ ਰਿਲੇਸ਼ਨ ਜਿਹੜੇ ਆਪਸ 'ਚ ਖਰਾਬ ਹੋ ਗਏ ਸੀ ਤੇ ਬੋਲਚਾਲ ਬੰਦ ਸੀ ਤੇ ਕੋਵਿਡ ਦੇ ਦੌਰਾਨ ਫਿਰ ਹੋਰ ਖਰਾਬ ਹੋਏ ਤੇ ਜਿਹੜਾ ਕਰਤਾਰਪੁਰ ਲਾਂਘਾ ਸੀ ਜਿਹਨੂੰ ਅਸੀਂ ਬਹੁਤ ਇਮਾਨਦਾਰੀ ਨਾਲ ਦੇਖਦੇ ਸੀ, ਬਹੁਤ ਚੰਗਾ ਸ਼ਗਨ ਮੰਨਦੇ ਸੀ ਦੋ ਮੁਲਕਾਂ ਦੇ ਵਿੱਚ ਕਿ ਯੂਰਪ ਦੇ ਵਿੱਚ ਜਿੱਦਾਂ ਤੁਸੀਂ ਕਿਤੇ ਵੀ ਕੰਧ ਟੱਪ ਜਾਓ ਜਾਂ ਕਿਤੇ ਵੀ ਤੁਸੀਂ ਬਾਰਡਰ ਤੇ ਥੋੜੀ ਬਹੁਤ ਚੈਕਿੰਗ ਨਾਲ ਤੁਸੀਂ ਦੂਜੇ ਮੁਲਕ 'ਚ ਜਾ ਸਕਦੇ ਆ। ਅਮਰੀਕਾ ਵਾਲੇ ਕੈਨੇਡਾ ਰੋਜ਼ ਜਾਂਦੇ ਨੇ, ਕੈਨੇਡਾ ਵਾਲੇ ਅਮਰੀਕਾ ਰੋਜ਼ ਆਉਂਦੇ ਨੇ ਤੇ ਅਸੀਂ ਵੀ ਖੁਸ਼ ਹੁੰਦੇ ਸੀ ਇਸ ਗੱਲ ਨੂੰ ਸੋਚ ਕੇ ਕਿ ਸ਼ਾਇਦ ਪਾਕਿਸਤਾਨ ਨਾਲ ਵੀ ਸਾਡੇ ਸਬੰਧ ਇਹੋ ਜਿਹੇ ਬਣ ਜਾਣ। ਜੇ ਕਿਤੇ ਤੁਹਾਡਾ ਆਪਸ 'ਚ ਰਾਜਨੀਤਿਕ ਤਣਾਅ ਹੈ ਵੀ ਤੇ ਆਮ ਲੋਕ ਉਹਦੇ ਸ਼ਿਕਾਰ ਨਾ ਹੋਣ। ਪਰ ਹੁਣ ਉਹਨਾਂ ਦਾ ਇਹ ਗੱਲ ਅੱਜ ਜਾਂ 2 ਦਿਨ ਪਹਿਲਾਂ ਇਹ ਗੱਲ ਮੰਨਣੀ ਕਿ ਆਂਤਰਿਕ ਮਾਮਲਾ ਹੈ ਇਹ ਚੰਗੀ ਗੱਲ ਹੈ। ਪਰ ਜਦੋਂ ਇਹਨਾਂ ਨੇ ਸਾਡੀ ਪੰਜਾਬ ਦੀ
ਭਾਰਤ ਦੀ ਸਰਕਾਰ ਨੇ ਇਸ ਧਾਰਾ ਨੂੰ ਤੋੜਿਆ ਸੀ ਤੇ ਪਾਕਿਸਤਾਨ ਨੇ ਉੱਥੇ ਬਹੁਤ ਵੱਡਾ ਇਤਰਾਜ਼ ਜਤਾਇਆ ਸੀ ਕਿ ਇਹਨਾਂ ਨੇ ਕਸ਼ਮੀਰ ਦੇ ਉੱਤੇ ਧੱਕਾ ਕੀਤਾ ਹੈ, ਇਹ ਹੈ ਉਹ ਹੈ, ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਸਾਹਮਣੇ ਲਿਆਂਦੀਆਂ ਸੀ। ਈਵਨ ਇਮਰਾਨ ਖਾਨ ਸਾਹਿਬ ਨੇ ਵੀ ਇਹਦੇ ਤੇ ਬੋਲਿਆ ਸੀ, ਜਦ ਕਿ ਉਹ ਇੱਕ ਚੰਗੇ ਰਾਜਨੀਤੀਵਾਨ ਲੱਗਦੇ ਨੇ ਕਿਉਂਕਿ ਉਹ ਖੇਡ ਜਗਤ ਤੋਂ ਆਏ ਨੇ। ਇਸ ਕਰਕੇ ਲੱਗਦਾ ਸੀਗਾ ਕਿ ਚੰਗੇ ਸਪੋਰਟਸਮੈਨ ਵਾਲੇ ਗੁਣ ਉਹਨਾਂ 'ਚ ਹਨ ਤੇ ਉਹ ਗਵਾਂਢ ਦੀਆਂ ਆਪਣੀਆਂ ਹੱਦਾਂ ਦਾ ਖਿਆਲ ਰੱਖਣਗੇ ਤੇ ਗਵਾਂਢੀ ਦੇ ਅਧਿਕਾਰਾਂ ਦਾ ਵੀ ਖਿਆਲ ਰੱਖਣਗੇ। ਪਰ ਉਹਨਾਂ ਦਾ ਜਦੋਂ ਉਹਨਾਂ ਨੇ ਇਹ ਬੋਲਿਆ ਸੀ ਤੇ ਉਹ ਸਾਰੇ ਮੁਲਕ ਨੇ ਜਾਂ ਵਿਦੇਸ਼ੀ ਮੁਲਕਾਂ ਨੇ ਵੀ ਕਿਹਾ ਸੀਗਾ ਕਿ ਇਸ ਏਡੇ ਵੱਡੇ ਲੀਡਰ ਨੂੰ ਗਵਾਂਢੀ ਮੁਲਕ ਦੀ ਅੰਦਰੂਨੀ ਗੱਲ ਦੇ ਵਿੱਚ ਨਹੀਂ ਬੋਲਣਾ ਚਾਹੀਦਾ। ਫਿਰ ਅਸੀਂ ਉਹੀ ਗੱਲ ਕਰਦੇ ਹਾਂ ਕਿ ਪੁਲਵਾਮਾ ਅਟੈਕ ਤੋਂ ਬਾਅਦ ਹਾਲਾਤ ਖਰਾਬ ਹੋਏ ਤੇ ਹੁਣ ਐਸਐਮ ਕੁਰੈਸ਼ੀ ਸਾਹਿਬ ਜਿਹੜੇ ਉਹਨਾਂ ਦੇ ਫਾਈਨਾਂਸ ਮਿਨਿਸਟਰ ਨੇ, ਉਹਨਾਂ ਨੇ ਕਿਹਾ ਕਿ ਆਂਤਰਿਕ ਮਾਮਲਾ ਹੈ। ਇਹਦੇ ਥੋੜਾ ਜਿਹਾ ਅਸੀਂ ਪਿੱਛੇ ਜਾਈਏ ਸਵਲੀਨ ਜੀ, ਬੀਤੇ ਦਿਨਾਂ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਗਲਫ ਦੇ ਕੁਝ ਮੁਲਕ ਚਾਹੁੰਦੇ ਨੇ, UAE ਤੇ ਸਾਊਦੀ ਅਰਬ ਚਾਹੁੰਦੇ ਨੇ ਕਿ ਭਾਰਤ ਤੇ ਪਾਕਿਸਤਾਨ ਆਪਸ ਦੇ ਵਿੱਚ ਸੁਲ੍ਹਾ ਕਰ ਲੈਣ। ਹੁਣ ਵੀ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨੇ ਬਿਆਨ ਦਿੱਤਾ ਕਿ ਜੇ ਇਹ ਆਪਸ 'ਚ ਗੱਲਬਾਤ ਕਰਨ, ਖਿੱਤੇ ਦੇ ਵਿੱਚ ਜਿਹੜੀ ਸ਼ਾਂਤੀ ਜੇ ਉਹ ਬਣੇ ਤੇ ਉਹ ਇੱਕ ਚੰਗੀ ਗੱਲ ਆ। ਦੇਖਦੇ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ, ਪਰ ਸਾਡੀ ਇਹੀ ਇੱਛਾ ਆ ਕਿ ਜੇ ਇਹ ਦੋ ਮੁਲਕ ਆਪਸ ਦੇ ਵਿੱਚ ਚੰਗੇ ਤਰੀਕੇ ਨਾਲ ਵਿਵਹਾਰ ਕਰਨ, ਵਰਤਾਵ ਕਰਨ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਾਕਿਸਤਾਨ ਤੋਂ ਸਾਨੂੰ ਬਾਇਆ ਗਲਫ ਆਉਂਦੀਆਂ ਨੇ। ਇੱਥੋਂ ਬਹੁਤ ਸਾਰਾ ਵਪਾਰ ਹੈ ਜੋ ਰੁਕਿਆ ਹੋਇਆ ਹੈ, ਜਿਹੜਾ ਇਧਰੋਂ ਕਿਤੇ ਹੋਰ ਪਾਸੇ ਦੀ ਹੋ ਕੇ ਜਾਂਦਾ ਹੈ। ਜਦੋਂ ਉਹਦਾ ਟਰਾਂਸਪੋਰਟੇਸ਼ਨ ਲੰਬੀ ਹੁੰਦੀ ਹੈ ਤੇ ਉਹਦੇ ਤੇ ਖਰਚੇ ਵੱਧਦੇ ਨੇ ਤੇ ਫਿਰ ਉਹ ਮਹਿੰਗਾ ਪੈਂਦਾ ਹੈ। ਸਾਡੇ ਕਲਚਰ ਦੇ ਵਿੱਚ ਬਹੁਤ ਸਾਰੀਆਂ ਸਾਂਝਾਂ ਨੇ, ਬਹੁਤ ਸਾਰੀਆਂ ਧਾਰਮਿਕ ਚੀਜ਼ਾਂ, ਧਾਰਮਿਕ ਸਥਾਨ ਇੱਧਰ ਨੇ ਤੇ ਉੱਧਰ ਨੇ, ਜੇ ਆਉਣਾ ਜਾਣਾ ਬਣੇ ਆਪਸ 'ਚ ਤੇ ਇੱਕ ਚੰਗੀ ਗੱਲ ਹੈ ਜੀ। ਤੇ ਸਾਡੇ ਮੁਲਕ ਦੇ ਵਿੱਚ ਕੁਝ ਬ੍ਰਾਂਚਾਂ ਦੇ ਬੰਦ ਹੋਣ ਦੀਆਂ ਵੀ ਖਬਰਾਂ ਆ ਰਹੀਆਂ ਨੇ ਤੇ ਅਰਥ ਵਿਵਸਥਾ ਤੇ ਉਹਦਾ ਕਿੱਦਾਂ ਦਾ ਅਸਰ ਪਊਗਾ? ਬਿਲਕੁਲ ਜੀ, ਫਿਰ ਗੱਲ ਮੋਦੀ ਸਰਕਾਰ ਦੀ ਆਉਂਦੀ ਹੈ ਕਿ ਇਹਨਾਂ ਨੇ ਬਹੁਤ ਵੱਡੇ ਵੱਡੇ ਕਦਮ ਚੁੱਕੇ ਹਨ ਭਾਰਤ ਦਾ ਨਾਂ ਵੱਡਾ ਕਰਨ ਲਈ, ਭਾਰਤ ਨੂੰ ਵਿਕਾਸ ਤੇ ਲੈ ਕੇ ਆਉਣ ਲਈ, ਵਿਕਾਸ ਦੀ ਲੀਹ ਤੇ ਲੈ ਕੇ ਆਉਣ ਲਈ। ਇਹਨਾਂ ਦੇ ਕਹੇ ਮੁਤਾਬਕ ਮਨਮੋਹਨ ਸਿੰਘ ਨੇ, ਪਿਛਲੀਆਂ ਸਰਕਾਰਾਂ ਨੇ ਕੰਮ ਨਹੀਂ ਚੰਗੇ ਕੀਤੇ ਸੀ ਤੇ ਇਹ ਕਹਿ ਰਹੇ ਕਿ ਅਸੀਂ ਚੰਗੇ ਕੰਮ ਕਰਾਂਗੇ। ਹਾਲਾਂਕਿ ਅਸੀਂ ਉਸ ਗੱਲ ਦੀ ਸਲਾਹਨਾ ਵੀ ਕੀਤੀ ਸੀ ਜਦੋਂ ਇਹਨਾਂ ਨੇ ਕੁਝ ਬੈਂਕਾਂ ਦਾ ਰਲੇਵਾਂ ਕਰਕੇ ਤੇ ਵੱਡੀਆਂ ਬੈਂਕਾਂ ਬਣਾਤੀਆਂ ਸੀਗੀਆਂ ਤੇ ਹੁਣ ਜਿਹੜੀਆਂ ਸਰਕਾਰੀ ਬੈਂਕਾਂ ਉਹਨਾਂ ਦੀ ਗਿਣਤੀ ਘਟਾਤੀ ਸੀ। ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਕੁਝ 3-4 ਬੈਂਕਾਂ ਮਰਜ ਕਰਤੀਆਂ ਸੀ, ਕੈਨਰਾ ਬੈਂਕ 'ਚ ਕੁਝ ਬੈਂਕਾਂ ਦਾ ਮਰਜਰ ਕੀਤਾ ਸੀ, SBI ਨਾਂ ਦੀਆਂ ਸਾਰੀਆਂ ਬੈਂਕਾਂ ਨੂੰ ਇਕੱਠੀਆਂ ਕਰਕੇ ਬੈਂਕਾਂ ਬਣਾਇਆ ਸੀ। ਪਰ ਹੁਣ ਜਿਹੜੀ ਜਾਣਕਾਰੀ ਸਾਹਮਣੇ ਆਈ ਆ ਕਿ ਇਹਨਾਂ ਰਲੇਵਿਆਂ ਦੇ ਦੌਰਾਨ ਇੱਕ ਸ਼ਹਿਰ 'ਚ ਉਹਨਾਂ ਦੀਆਂ 3-3 4-4 ਬ੍ਰਾਂਚਾਂ ਹੋਣ ਕਰਕੇ ਕੋਈ 2100 ਤੋਂ ਜ਼ਿਆਦਾ ਬ੍ਰਾਂਚਾਂ ਜਿਹੜੀਆਂ ਆ ਸਵਲੀਨ ਜੀ ਉਹ ਬੰਦ ਕਰ ਦਿੱਤੀਆਂ ਗਈਆਂ। ਉਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਤੇ ਨੌਕਰੀਆਂ ਦਾ ਹੋਵੇਗਾ ਜੀ। ਹਾਲ ਦੀ ਘੜੀ ਉਹ ਬੰਦੇ ਸ਼ਿਫਟ ਕਰ ਦਿੱਤੇ ਜਾਣਗੇ ਇੱਕ ਬੈਂਕ ਚੋਂ ਦੂਜੇ ਬੈਂਕ ਦੇ ਵਿੱਚ, ਪਰ ਉਹ ਪੋਸਟਾਂ ਤੇ ਖਤਮ ਹੋ ਗਈਆਂ ਨਾ ਜੀ, ਨਵੀਆਂ ਭਰਤੀ ਨਹੀਂ ਹੋਣਗੀਆਂ। ਤੇ ਦੂਸਰਾ ਜਿਹੜਾ ਨੁਕਸਾਨ ਹੋਵੇਗਾ ਉਹ ਲੋਕਾਂ ਦਾ। ਮੈਂ ਉਸ ਸਮੇਂ ਦੀ ਗੱਲ ਕਈ ਵਾਰ ਇਹ ਕਰਦਾ ਹੁੰਦਾ ਕਿ 80s ਦੇ ਵਿੱਚ ਜਾਂ 85 ਦੇ ਵਿੱਚ ਜਦੋਂ ਬਹੁਤ ਘੱਟ ਲੋਕਾਂ ਕੋਲ ਬੈਂਕ ਖਾਤੇ ਸੀ, ਉਦੋਂ ਵੀ ਉਨੀਆਂ ਕੁ ਬੈਂਕਾਂ ਸੀਗੀਆਂ ਤੇ ਜਦੋਂ ਕੋਈ ਬੰਦਾ ਬੈਂਕ ਜਾਂਦਾ ਸੀ ਤੇ ਰਸ਼ ਮਿਲਦਾ ਸੀ। ਹੁਣ ਹਾਲਾਤ ਇਹ ਹੋ ਗਏ ਆ, ਡਿਜੀਟਾਈਜੇਸ਼ਨ ਦਾ ਇਹ ਰੌਲਾ ਪਾਉਂਦੇ ਨੇ ਕਿ ਅਸੀਂ ਹਰ ਚੀਜ਼ ਡਿਜੀਟਲ ਕਰਨੀ ਹੈ, ਕੈਸ਼ ਦਾ ਪ੍ਰਸਾਰ ਘਟਾਉਣਾ ਹੈ, ਬੈਂਕਿੰਗ ਸੈਕਟਰ 'ਚ ਲੈ ਕੇ ਆਉਣਾ ਹੈ, ਪੈਸੇ ਦਾ ਜਿਹੜਾ ਪ੍ਰਸਾਰ ਆ ਉਹਨੂੰ ਸਾਰਿਆਂ ਨੂੰ ਇੱਕ ਨੰਬਰ 'ਚ ਕਰਨਾ ਹੈ। ਤੇ ਉਹਦੇ ਲਈ ਤਾਂ ਫਿਰ ਜਿਹੜੀ ਮਨਮੋਹਨ ਸਿੰਘ ਸਰਕਾਰ ਦੀ ਪਾਲਿਸੀ ਸੀ ਉਹ ਤੇ ਚੱਲਣਾ ਪਵੇਗਾ। ਚਿਦੰਬਰਮ ਸਾਹਿਬ ਫਾਈਨਾਂਸ ਮਿਨਿਸਟਰ ਸੀ ਤੇ ਉਹ ਇਹ ਗੱਲ ਕਰਦੇ ਸੀ ਅਕਸਰ ਕਿ ਹਿੰਦੁਸਤਾਨ ਦੇ ਵਿੱਚ ਘੱਟੋ ਘੱਟ 5 ਪਿੰਡਾਂ ਪਿੱਛੇ ਇੱਕ ਬੈਂਕ ਹੋਵੇ ਤੇ ਆਉਣ ਵਾਲੇ 10 ਸਾਲਾਂ ਦੇ ਵਿੱਚ ਇਸ ਗਿਣਤੀ ਨੂੰ ਹਰ ਪਿੰਡ ਦੀ ਬੈਂਕ ਲੈ ਕੇ ਬਣਾਇਆ ਜਾਵੇ। ਤੇ ਇਹ ਤਾਂ ਇਹਨਾਂ ਨੇ ਤਾਂ 2100 ਬ੍ਰਾਂਚ ਬੰਦ ਕਰ ਦਿੱਤੀ। ਬੈਂਕਾਂ ਵੱਡੀਆਂ ਕਰਨੀਆਂ ਚਾਹੀਦੀਆਂ ਨੇ, ਠੀਕ ਆ, ਪਰ ਛੋਟੀਆਂ ਬ੍ਰਾਂਚਾਂ ਚੰਗਾ ਹੁੰਦਾ ਜੇ ਉਹਨਾਂ ਬ੍ਰਾਂਚਾਂ ਨੂੰ 2100 ਬ੍ਰਾਂਚਾਂ ਨੂੰ ਬੰਦ ਕਰਨ ਦੀ ਬਜਾਏ ਰਿਮੋਟ ਏਰੀਆ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ। ਪਰ ਜਦੋਂ 2100 ਬ੍ਰਾਂਚ ਬੰਦ ਹੋਈ ਆ, ਜੇ 3 ਜਾਂ 5 ਮੈਂਬਰਾਂ ਦੀ ਸਟਾਫ ਦੀ ਵੀ ਇੱਕ ਬ੍ਰਾਂਚ ਹੈ ਤੇ 10,000 ਤੋਂ ਇਲਾਵਾ 10-12,000 ਦੇ ਕਰੀਬ ਤਾਂ ਇਹਨਾਂ ਨੇ ਨੌਕਰੀ ਖਤਮ ਕਰਤੀ। ਫਿਰ ਉਹ ਲੋਕ ਜਿਹੜੇ ਉਸ ਬ੍ਰਾਂਚ ਜਾਂਦੇ ਸੀ ਉਹਨਾਂ ਨੂੰ ਹੁਣ ਕਿਤੇ ਦੂਰ ਦਰਾਡੇ ਜਾਣਾ ਪਵੇਗਾ, ਭਾਵੇਂ ਉਸੇ ਸ਼ਹਿਰ ਵਿੱਚ ਨੇ, ਉਹ ਕਿਤੇ ਹੋਰ ਜਾਣਗੇ। ਤੇ ਅਰਥ ਵਿਵਸਥਾ ਦਾ ਨੁਕਸਾਨ ਤੇ ਫਿਰ ਲਾਜ਼ਮੀ ਹੈ। ਜੇ 2100 ਬ੍ਰਾਂਚ ਬੰਦ ਹੁੰਦੀ ਆ ਤੇ ਉਹਦਾ ਨੁਕਸਾਨ ਤੇ ਹੈ। ਬੈਂਕਿੰਗ ਸੈਕਟਰ ਨੂੰ ਜੇ ਤੁਸੀਂ ਕਰਨਾ ਹੈ ਤੇ ਹਰ ਬੰਦੇ ਦੀ ਰੀਚ ਤੱਕ ਬੈਂਕ ਨੂੰ ਲੈ ਕੇ ਜਾਓ। ਖਾਤੇ ਤੁਸੀਂ ਹਰ ਬੰਦੇ ਦੇ ਖੋਲੀ ਜਾਂਦੇ ਆ ਤੇ ਬੈਂਕਿੰਗ ਫਿਰ ਕਿਵੇਂ ਚੱਲੂਗੀ? ਇਹਨਾਂ ਦਾ ਧਿਆਨ ਫਿਰ ਕਾਰਪੋਰੇਟ ਸੈਕਟਰ ਵੱਲ ਨੂੰ। ਬਹੁਤ ਲੰਬੇ ਦੇਰ ਤੋਂ ਭਾਰਤ ਦੇ ਵਿੱਚ ਇਸ ਗੱਲ ਦੀ ਮੰਗ ਚੱਲ ਰਹੀ ਆ ਕਿ ਪੋਸਟ ਆਫਿਸ ਨੂੰ ਬੈਂਕ ਬਣਾਇਆ ਜਾਵੇ, ਕਿਉਂਕਿ ਉਹਨਾਂ ਦੇ ਕੋਲ ਸਭ ਤੋਂ ਲੰਬਾ ਨੈਟਵਰਕ ਹੈ। ਦੂਰ ਦਰਾਡੇ ਇਲਾਕੇ ਦੇ ਵਿੱਚ ਵੀ, ਚਾਹੇ ਉਹ ਲੇਹ ਲੱਦਾਖ ਹੈ, ਚਾਹੇ ਉਹ ਐਂਡ ਤੱਕ ਨਾਰਥ ਈਸਟਰਨ ਸਟੇਟਸ ਨੇ, ਰਾਜਸਥਾਨ ਦੇ ਦੂਰ ਦੇ ਇਲਾਕੇ ਨੇ, ਕੇਰਲਾ ਦੇ ਦੂਰ ਦੇ ਇਲਾਕੇ ਨੇ, ਬਾਕੀ ਪੂਰੇ ਦੇਸ਼ ਦੇ ਵਿੱਚ ਇੰਡੀਅਨ ਪੋਸਟ ਆਫਿਸ ਦਾ ਜਿਹੜਾ ਹੈਗਾ ਉਹ ਬ੍ਰਾਂਚਾਂ ਜਿਹੜੀਆਂ ਨੇ, ਡਾਕਖਾਨੇ ਹਨ ਤੇ ਉਹ ਸਮਾਲ ਸੇਵਿੰਗ ਸਕੀਮ ਜਿਹੜੀਆਂ ਨੇ ਉਹਨਾਂ ਤੇ ਕੰਮ ਵੀ ਕਰਦੇ ਨੇ। ਤੇ ਚੰਗਾ ਹੋਵੇ ਜੇ ਉਹਨੂੰ ਬੈਂਕ ਦੀ ਦੇ ਦਿੱਤੀ ਜਾਵੇ। ਮਨਜ਼ੂਰੀ ਵੀ ਦੇ ਦਿੱਤੀ ਹੈ, ਪਰ ਹਾਲੇ ਤੱਕ ਵੀ ਉਹਨੂੰ ਪੂਰੀ ਤਰੀਕੇ ਨਾਲ ਇੱਕ ਨੈਸ਼ਨਲਾਈਜ਼ ਬੈਂਕ ਦੇ ਤੌਰ ਤੇ ਦੇਖਿਆ ਨਹੀਂ ਜਾਣ ਲੱਗਾ। ਉਹਦੇ ਤੇ ਕੰਮਕਾਰ ਨਹੀਂ ਸ਼ੁਰੂ ਹੋਇਆ ਕਿਉਂਕਿ ਉਹਦੇ ਲਈ ਭਰਤੀ ਕਰਨੀ ਪੈਣੀ ਹੈ, ਬਹੁਤ ਸਾਰਾ ਸਟਾਫ ਰੱਖਣਾ ਪੈਣਾ ਹੈ। ਉਹਨੂੰ ਛੱਡ ਕੇ ਇਹ ਰਿਲਾਇੰਸ ਨੂੰ ਬੈਂਕ ਬਣਾਉਣ ਤੇ ਹੋਰ ਪ੍ਰਾਈਵੇਟ ਫਰਮਾਂ ਜਿਹੜੀਆਂ ਆ ਉਹਨਾਂ ਨੂੰ ਬੈਂਕਿੰਗ ਦੇ ਲਾਇਸੈਂਸ ਦੇਣ ਦੇ ਉੱਤੇ ਇਹਨਾਂ ਦਾ ਜਿਹੜਾ ਧਿਆਨ ਆ ਉਹ ਜ਼ਿਆਦਾ ਹੈ।
ਸ਼ਰਮਾ ਜੀ, ਜੇ ਗੱਲ ਪੰਜਾਬ ਦੀ ਸਿਆਸਤ ਦੀ ਕਰੀਏ ਤੇ ਸਿੱਧੂ ਨਹੀਂ ਟਲਦਾ। ਤੁਹਾਡਾ ਪ੍ਰੋਗਰਾਮ ਪੂਰਾ ਨਹੀਂ ਹੁੰਦਾ ਸਿੱਧੂ ਦੀ ਗੱਲ ਕੀਤੇ ਬਿਨਾਂ। ਨਿਤ ਨਵੇਂ ਨਿਸ਼ਾਨੇ ਲਾਉਂਦਾ ਤੇ ਇਹਦਾ ਊਠ ਇਦਾਂ ਹੀ ਤੁਰਿਆ ਫਿਰੂਗਾ ਕਿ ਕਿਸੇ ਕਰਵਟ ਬੈਠੂਗਾ? ਦੇਖੋ, ਜੋ ਬੀਤੇ ਦਿਨਾਂ ਦੇ ਵਿੱਚ ਹੋਇਆ ਸੀ, ਜਦੋਂ ਸਿੱਧੂ ਸਾਹਿਬ ਨੇ ਸਿੱਟ ਦੀ ਜਾਂਚ ਦੇ ਉੱਤੇ ਕੁਝ ਸਵਾਲ ਖੜੇ ਕੀਤੇ ਸੀ ਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਜਿੱਦਾਂ ਇਹਨਾਂ ਨੂੰ ਲਲਕਾਰਿਆ ਸੀਗਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਹੈ, ਤੁਸੀਂ ਪਟਿਆਲੇ ਤੋਂ ਇਲੈਕਸ਼ਨ ਲੜਨੀ ਹੈ, ਉਸ ਤੋਂ ਬਾਅਦ ਜਿਹੜੀ ਘਟਨਾਕ੍ਰਮ ਹੋਈ ਆ, ਸਿੱਧੂ ਸਾਹਿਬ ਨੇ ਆਪ ਤੇ ਨਹੀਂ ਕਿਹਾ ਸੀ ਪਰ ਉਹਨਾਂ ਦੇ ਇੱਕ ਸਾਥੀ ਐਮਐਲਏ ਨੇ ਕਿਹਾ ਸੀਗਾ ਕਿ ਅਸੀਂ ਕਾਂਗਰਸ ਦੇ ਵਿੱਚ ਹੀ ਰਹਿਣਾ ਹੈ ਤੇ ਸਿੱਧੂ ਨੇ ਕਾਂਗਰਸ ਛੱਡ ਕੇ ਕਿਤੇ ਨਹੀਂ ਜਾਣਾ। ਪਰ ਕੱਲ ਫਿਰ ਉਹਨਾਂ ਨੇ ਜਿਹੜੇ ਟਵੀਟ ਕੀਤੇ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਸਰਕਾਰ ਹੈ ਉਹ ਰਲੀ ਮਿਲੀ ਹੈ, ਕਾਂਗਰਸ ਤੇ ਅਕਾਲੀ ਦਲ ਰਲ ਕੇ ਸਾਰਾ ਕੁਝ ਕਰ ਰਹੇ ਨੇ ਜੀ। ਭਗਵੰਤ ਮਾਨ ਪੰਜਾਬ ਤੋਂ ਆਪ ਦੇ ਐਮਪੀ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਸਰਕਾਰ ਕਾਂਗਰਸ ਦੀ ਹੈ ਪਰ ਸਟੀਅਰਿੰਗ ਜਿਹੜਾ ਹੈ ਉਹ ਬਾਦਲਾਂ ਕੋਲ ਹੈ। ਕਹਿਣ ਦਾ ਮਤਲਬ ਸਾਰਾ ਹੀ ਪੰਜਾਬ ਇਹ ਗੱਲ ਦੇਖ ਰਿਹਾ ਹੈ ਕਿ ਜਿਹੜੇ ਉਹਨਾਂ ਦੇ ਕਾਰੋਬਾਰ ਸੀ, ਚਾਹੇ ਉਹ ਰੇਤ ਦੇ ਨੇ, ਚਾਹੇ ਉਹ ਕੇਬਲ ਦੇ ਨੇ, ਚਾਹੇ ਉਹ ਟਰਾਂਸਪੋਰਟ ਦੇ ਨੇ, ਉਵੇਂ ਹੀ ਚੱਲ ਰਹੇ ਨੇ। ਫਿਰ ਆਮ ਲੋਕਾਂ ਦਾ ਕਹਿਣਾ ਤੇ ਬਣਦਾ ਹੈ, ਪਰ ਜੇ ਪਾਰਟੀ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਵਰਗੇ ਸੀਨੀਅਰ ਮੈਂਬਰ ਜਿਹੜੇ 2-3 ਵਾਰ ਐਮਪੀ ਰਹਿ ਚੁੱਕੇ ਨੇ, ਫਿਰ ਐਮਐਲਏ ਵੀ ਰਹੇ ਨੇ, ਮਿਨਿਸਟਰ ਵੀ ਰਹੇ ਨੇ, ਤੇ ਉਹ ਖੁੱਲ੍ਹੇਆਮ ਇਹੋ ਜਿਹੀਆਂ ਗੱਲਾਂ ਕਰਦੇ ਨੇ ਤੇ ਉਹਦੇ ਵਿੱਚ ਫਿਰ ਕੁਝ ਨਾ ਕੁਝ ਸੱਚਾਈ ਤਾਂ ਹੋਵੇਗੀ। ਇਹਨਾਂ ਦਾ ਊਂਠ ਕਿੱਥੇ ਬੈਠੇਗਾ ਕਿੱਥੇ ਨਹੀਂ ਬੈਠੇਗਾ ਇਹ ਗੱਲ ਤਾਂ ਸਮਾਂ ਹੀ ਦੱਸੇਗਾ, ਪਰ ਕਾਂਗਰਸ ਦਾ ਨੁਕਸਾਨ ਹੋਣਾ ਇਹਨਾਂ ਚੋਣਾਂ ਦੇ ਵਿੱਚ ਤੈਅ ਹੈ। ਘੱਟ ਹੋਵੇਗਾ ਵੱਧ ਹੋਵੇਗਾ ਵੱਖਰੀ ਗੱਲ ਹੈ, ਪਰ ਲੋਕ ਹੁਣ ਇਸ ਗੱਲ ਨੂੰ ਸਵਲੀਨ ਜੀ ਵਾਚਦੇ ਜ਼ਰੂਰ ਨੇ ਕਿ ਦੋਨੋਂ ਪਾਰਟੀਆਂ ਵਾਕਿਆ ਹੀ ਇਦਾਂ ਲੱਗਦਾ ਹੈ ਜਿੱਦਾਂ ਕਿ ਫਿਕਸ ਕਰਕੇ ਮੈਚ ਖੇਡ ਰਹੀਆਂ ਨੇ। ਇਹਨਾਂ ਸ਼ਬਦਾਂ ਤੋਂ ਵਿਗਾੜ ਹੋਇਆ ਸੀ ਜਦੋਂ ਸ਼ੁਰੂਆਤ ਕੀਤੀ ਸੀ ਇਹਨਾਂ ਨੇ ਲੋਕ ਸਭਾ ਇਲੈਕਸ਼ਨਸ ਦੇ ਵਿੱਚ। ਹਰਸਿਮਰਤ ਕੌਰ ਬਾਦਲ ਦੇ ਮਨਪ੍ਰੀਤ ਬਾਦਲ ਮੇਰੇ ਖਿਆਲ ਲੜ ਰਹੇ ਸੀ ਤੇ ਸਿੱਧੂ ਨੇ ਕਿਹਾ ਸੀਗਾ ਕਿ ਇਹ ਜਿਹੜੇ ਆਪਸ 'ਚ ਇਹਨਾਂ ਦਾ ਜਿਹੜਾ ਮੈਚ ਆ ਉਹ ਫਿਕਸ ਆ। ਤੇ ਫਿਰ ਹੁਣ ਜੇ ਫਿਰ ਉਹਨਾਂ ਨੇ ਇਹੀ ਗੱਲ ਕੀਤੀ ਆ ਕਿ ਇੱਥੇ ਮਾਫੀਏ ਦਾ ਰਾਜ ਹੈ, ਬਾਕੀ ਸਾਰਾ ਕੁਝ ਉਵੇਂ ਚੱਲ ਰਿਹਾ ਹੈ, ਸਿਰਫ 2 ਪਰਿਵਾਰ ਨੇ ਜੋ ਆਪਸ 'ਚ ਰਲੇ ਹੋਏ ਨੇ ਤੇ ਲੋਕ ਜਿਹੜੇ ਨੇ ਉਹ ਪਿੱਛੇ ਜਾ ਰਹੇ ਨੇ ਤੇ ਪੰਜਾਬ ਦਾ ਜਿਹੜਾ ਭਲਾ ਹੈ ਜਾਂ ਪੰਜਾਬ ਦੇ ਵਿੱਚ ਵਿਕਾਸ ਦਾ ਜਿਹੜਾ ਜਨਮ ਆ ਉਹ ਨਹੀਂ ਹੋ ਰਿਹਾ। ਤੇ ਗੱਲ ਤੇ ਸੱਚ ਹੀ ਜਾਪਦੀ ਹੈ ਜੀ, ਉਹਦਾ ਰਿਜ਼ਲਟ ਕੀ ਹੋਵੇਗਾ ਇਹ ਵੱਖਰੀ ਗੱਲ ਹੈ। ਪਰ ਨਵਜੋਤ ਸਿੰਘ ਸਿੱਧੂ ਆਪਣਾ ਸਿਆਸਤੀ ਊਠ ਕਦੇ ਕਿਸੇ ਪਾਰਟੀ ਵੱਲ ਲੈ ਜਾਂਦੇ ਨੇ, ਕਦੇ ਕਿਤੇ, ਪਰ ਹੁਣ ਕਿਤੇ ਬਹਿ ਜਾਣ ਤੇ ਚੰਗੇ ਰਹਿਣਗੇ। ਦੇਖੋ, ਬੈਠਣ ਕਿਤੇ ਉਹਨਾਂ ਨੂੰ ਕਾਂਗਰਸ ਵਾਲੇ ਬੈਠਣ ਨਹੀਂ ਦਿੰਦੇ ਤੇ ਦੂਜੇ ਪਾਸੇ ਹਾਲੇ ਉਹ ਜਾਣਾ ਨਹੀਂ ਚਾਹੁੰਦੇ। ਇਸ ਗੱਲ ਦੀ ਵਿਚਾਰ ਤੇ ਉਹ ਵੀ ਸੋਚਦੇ ਹੋਣਗੇ ਕਿ ਕਿਵੇਂ ਹੋਵੇਗਾ ਕਿ ਕੀ ਨਹੀਂ ਹੋਵੇਗਾ, ਪਰ ਉਹਨਾਂ ਦੀ ਜਿਹੜੀ ਗੱਲ ਹੈ ਉਹ ਕਿਉਂਕਿ ਆਮ ਲੋਕਾਂ ਦੀ ਗੱਲ ਬਣੀ ਹੋਈ। ਬੀਤੇ ਦਿਨ ਅਸੀਂ ਗੱਲ ਕੀਤੀ ਕਿ ਮਿਨਿਸਟਰਸ ਨੇ ਮੀਟਿੰਗ ਕੀਤੀ ਹੈ, ਤੁਹਾਡੇ ਰਾਜ ਸਭਾ ਤੋਂ ਮੈਂਬਰ ਬਾਜਵਾ ਸਾਹਿਬ ਨੇ ਇਹ ਗੱਲ ਕੀਤੀ ਹੈ। ਇਹ ਗੱਲ ਠੀਕ ਆ ਤੁਹਾਡੀ ਕਿ ਉਹ ਇੱਕ ਇਮਾਨਦਾਰ ਬੰਦੇ ਨੇ ਤੇ ਰਾਜਨੀਤੀ ਦੇ ਵਿੱਚ ਵੀ ਉਹ ਇਮਾਨਦਾਰ ਨੇ, ਉਹਨਾਂ ਦੇ ਉੱਤੇ ਕੋਈ ਬਹੁਤਾ ਇਲਜ਼ਾਮ ਨਹੀਂ ਲੱਗਾ। ਜਿਹੜੇ ਵੀ ਉਹਨਾਂ ਨੇ ਕੰਮ ਕੀਤੇ ਨੇ ਉਹਦੇ ਵਿੱਚ ਉਹ ਚੰਗੇ ਰਹੇ ਨੇ, ਪਰ ਹੁਣ ਸਿਰਫ ਔਰ ਸਿਰਫ ਬੋਲ ਕੇ ਹੀ ਗੱਲ ਜ਼ਿਆਦਾ ਕਰ ਰਹੇ ਨੇ, ਪਰ ਹੋਰ ਉਹ ਕਰ ਹਾਲੇ ਕੁਝ ਨਹੀਂ ਸਕਦੇ। ਸਮਾਂ ਹਾਲੇ ਹੈਗਾ ਇਲੈਕਸ਼ਨ ਦੇ ਵਿੱਚ, ਪਰ ਉਹਨਾਂ ਦਾ ਇਹ ਜਿਹੜੀ ਬਿਆਨਬਾਜ਼ੀ ਆ ਉਹ ਆਮ ਲੋਕ ਉਹਨਾਂ ਦੇ ਨਾਲ ਹਾਲੇ ਵੀ ਇਸ ਗੱਲ ਤੇ ਸਹਿਮਤ ਨੇ। ਤੇ ਕਾਂਗਰਸ ਦੇ ਵਿੱਚ ਜਿਹੜੀ ਇੱਕ ਹੋਰ ਗੱਲ ਸੀ ਜਿਹਦੇ ਤੇ ਜ਼ਿਆਦਾ ਹੋ ਰਹੀ ਗੱਲ, ਜਿਹੜੀ ਉਹਨਾਂ ਨੇ ਕੱਲ ਗੱਲ ਕੀਤੀ, ਉਹਦੇ ਤੇ ਕਾਂਗਰਸ ਤੋਂ ਜਵਾਬ ਜ਼ਰੂਰ ਆਇਆ, ਪਰ ਉਹ ਜਵਾਬ ਸਿਰਫ ਉਹਨਾਂ ਦੇ ਕਿਸੇ ਸਪੋਕਸਮੈਨ ਨੇ ਦਿੱਤਾ ਹੈ ਕਿ ਜਿਹੜਾ 6 ਮਹੀਨੇ ਦਾ ਟਾਈਮ ਦਿੱਤਾ ਹੈ ਉਹ ਮੈਕਸਿਮਮ ਟਾਈਮ ਹੈ ਸਿੱਟ ਨੂੰ ਦਿੱਤਾ ਗਿਆ, ਉਹ ਹਾਈ ਕੋਰਟ ਵੱਲੋਂ ਹੈ। ਤੇ ਇਹ ਵੀ ਉਹਨਾਂ ਨੇ ਕਿਹਾ, ਕਾਂਗਰਸ ਦੇ ਪ੍ਰਵਕਤਾ ਨੇ ਇਹ ਵੀ ਕਿਹਾ ਕਿ ਹੋ ਸਕਦਾ ਜਿਹੜੀ ਜਾਂਚ ਆ 2 ਮਹੀਨਿਆਂ 'ਚ ਹੀ ਮੁੱਕ ਜਾਵੇ, ਪਰ ਜਾਂਚ 2 ਮਹੀਨਿਆਂ 'ਚ ਮੁੱਕੇ ਜਾਂ 6 ਮਹੀਨਿਆਂ 'ਚ ਮੁੱਕੇ, ਇਹ ਜਿਹੜੀ ਹੈ ਰਾਜਨੀਤਿਕ ਮੁੱਦਾ ਹੀ ਰਹੂਗਾ। ਲੋਕਾਂ ਨੂੰ ਇਨਸਾਫ ਮਿਲੇਗਾ ਤੇ ਧਾਰਮਿਕ ਭਾਵਨਾਵਾਂ ਠੀਕ ਹੋਣਗੀਆਂ, ਅਜਿਹਾ ਜਾਪਦਾ ਨਹੀਂ। ਸਿੱਧੂ ਸਾਹਿਬ ਬੋਲ ਕੇ ਆਪਣੀ ਗੱਲ ਰੱਖ ਰਹੇ ਨੇ, ਚੰਗੀ ਗੱਲ ਆ, ਗੱਲ ਰੱਖਣੀ ਚਾਹੀਦੀ ਆ, ਪਰ ਫਿਰ ਗੱਲ ਰੱਖਣ ਤੋਂ ਬਾਅਦ ਤੁਹਾਡਾ ਆਪ ਦਾ ਵੀ ਇੱਕ ਸਟੈਂਡ ਹੋਣਾ ਚਾਹੀਦਾ ਵੀ ਤੁਸੀਂ ਕੀ ਚਾਹੁੰਦੇ ਹੋ, ਕੀ ਕਰਦੇ ਹੋ, ਕੀ ਸੋਚਦੇ ਹੋ, ਕਿਉਂ ਪੰਜਾਬ ਦੇ ਲੋਕ ਤੁਹਾਡੀ ਗੱਲ ਮੰਨਣ, ਕੀ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ। ਬਿਲਕੁਲ ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆਏ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਸੁਵਲੀਨ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।